ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਆਪਾਂ ਦੂਜੀ ਪੌੜੀ ਦੇ ਅਰਥਾਂ ਦੀ ਵਿਚਾਰ ਕਰਾਂਗੇ, ਜਿਸ ਦੇ ਵਿੱਚ ਜਿਹੜਾ ਮਨੁੱਖ ਬ੍ਰਹਮ ਗਿਆਨੀ ਹੋ ਜਾਂਦਾ ਹੈ, ਜਿਸ ਮਨੁੱਖ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੀ ਕੀ ਅਵਸਥਾ ਹੁੰਦੀ ਹੈ, ਉਹਦਾ ਰਹਿਣਾ ਕੀ ਹੁੰਦਾ ਹੈ, ਉਹਦਾ ਸਹਿਣਾ ਕੀ ਹੁੰਦਾ ਹੈ, ਉਸ ਦੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਉਂਦੇ ਨੇ। ਕਿਉਂਕਿ ਹਰੇਕ ਮਨੁੱਖ ਦੇ ਅੰਦਰ ਇਹ ਇੱਛਾ ਹੁੰਦੀ ਹੈ, ਜੇ ਦੱਸਿਆ ਜਾਣ ਲੱਗ ਪਏ ਸਹੀ ਡਾਕਟਰ ਕੌਣ ਹੈ ਔਰ ਉਹਦੇ ਕੀ ਲੱਛਣ ਹੁੰਦੇ ਨੇ, ਹਰੇਕ ਮਨੁੱਖ ਦੀ ਉਤਸੁਕਤਾ ਵੱਧ ਜਾਂਦੀ ਹੈ, ਇਹਦੇ ਬਾਰੇ ਜ਼ਰੂਰ ਜਾਣਿਆ ਜਾਏ। ਇਵੇਂ ਕੋਈ ਫਲ ਹੈ, ਕੋਈ ਸਬਜ਼ੀ ਹੈ, ਜੇ ਉਸ ਦਿਆਂ ਗੁਣਾਂ ਬਾਰੇ ਦੱਸਿਆ ਜਾਣ ਲੱਗ ਪਏ, ਮਨੁੱਖ ਦੇ ਅੰਦਰ ਉਤਸੁਕਤਾ ਵੱਧ ਜਾਂਦੀ ਹੈ, ਮੈਨੂੰ ਇਸ ਚੀਜ਼ ਬਾਰੇ ਪਤਾ ਲੱਗੇ। ਇਵੇਂ ਜਿਹੜੇ ਮਨੁੱਖ ਪਰਮਾਤਮਾ ਨਾਲ ਜੁੜ ਗਏ ਨੇ, ਉਹਨਾਂ ਦੇ ਬਾਰੇ ਜਦੋਂ ਦੱਸਿਆ ਜਾਂਦਾ ਹੈ, ਮਨੁੱਖ ਦੇ ਹਿਰਦੇ ਦੇ ਅੰਦਰ ਉਤਸੁਕਤਾ ਵੱਧ ਜਾਂਦੀ ਹੈ। ਉਹ ਸਾਡੇ ਵਰਗੇ ਮਨੁੱਖ ਨੇ, ਅੱਖਾਂ ਸਾਡੇ ਵਰਗੀਆਂ ਨੇ, ਫਿਜ਼ੀਕਲ ਬੋਡੀ ਸਾਡੇ ਵਰਗੀ ਹੈ, ਪਰ ਐਸਾ ਕੀ ਹੈ ਉਹਨਾਂ ਦੇ ਅੰਦਰ, ਉਹ ਬ੍ਰਹਮ ਗਿਆਨੀ ਹੋ ਗਏ। ਮਹਾਰਾਜ ਕਹਿੰਦੇ ਉਹਨਾਂ ਦੀ ਇਹ ਵੀ ਪਛਾਣ ਹੈ, ਉਹ ਨਿਰਮਲ ਹੁੰਦੇ ਨੇ। ਉਹਨਾਂ ਦੇ ਮਨ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਮੈਲ ਨਹੀਂ ਹੁੰਦੀ, ਨਾ ਹੰਕਾਰ ਦੀ, ਨਾ ਰਾਗ ਦੀ, ਨਾ ਦਵੇਸ਼ ਦੀ, ਨਾ ਲੋਭ ਦੀ, ਨਾ ਦੁਸ਼ਮਣੀ ਦੀ ਔਰ ਨਾ ਮਿੱਤਰਤਾ ਦੀ। ਕਿਉਂਕਿ ਸਾਧ ਸੰਗਤ, ਜਦੋਂ ਤਾਈਂ ਕੋਈ ਮਿੱਤਰ ਹੈ ਉਦੋਂ ਤਾਈਂ ਕੋਈ ਦੁਸ਼ਮਣ ਵੀ ਹੈ, ਜਦੋਂ ਤਾਈਂ ਕੋਈ ਆਪਣਾ ਹੈ ਉਦੋਂ ਤਾਈਂ ਕੋਈ ਬੇਗਾਨਾ ਵੀ ਹੈ। ਇਸ ਕਰਕੇ ਜਿਹੜੇ ਬ੍ਰਹਮ ਗਿਆਨੀ ਮਨੁੱਖ ਹੁੰਦੇ ਨੇ, ਉਹਨਾਂ ਵਾਸਤੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਬਾਣੀ ਵਿੱਚ ਅੱਗੇ ਇਹ ਆਏਗਾ ਵੀ ਸ਼ਬਦ, ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ। ਉਹਦੇ ਵਾਸਤੇ ਮਿੱਤਰ ਅਤੇ ਸ਼ਤਰੂ ਦੋਵੇਂ ਸਮਾਨ ਹੁੰਦੇ ਨੇ, ਦੋਵੇਂ ਬਰਾਬਰ ਹੁੰਦੇ ਨੇ। ਜਿਵੇਂ ਜਲ ਨੂੰ ਮੈਲ ਨਹੀਂ ਲੱਗਦੀ, ਜਲ ਦੇ ਵਿੱਚ ਪਾਣੀ ਗੰਧਲਾ ਹੋਏ ਉਸ ਨੂੰ ਅਲੱਗ ਕੀਤਾ ਜਾ ਸਕਦਾ ਹੈ, ਐਵੇਂ ਬ੍ਰਹਮ ਗਿਆਨੀ ਨੂੰ ਵੀ ਮੈਲ ਨਹੀਂ ਲੱਗਦੀ। ਜਿਹੜੇ ਪਰਮਾਤਮਾ ਦਾ ਨਾਮ ਜਪ ਜਪ ਕੇ ਆਖਰੀ ਅਵਸਥਾ 'ਤੇ ਪਹੁੰਚ ਗਏ ਨੇ, ਉਹ ਬਹੁਤ ਹੀ ਧੀਰਜਵਾਨ ਸੰਤੋਖੀ ਮਨੁੱਖ ਹੁੰਦੇ ਨੇ। ਉਹਨਾਂ ਦੇ ਅੰਦਰ ਦੁਸ਼ਮਣੀ ਦੀ ਮੈਲ, ਕਿਉਂਕਿ ਮੈਂ ਆਪ ਜੀ ਦੇ ਸਾਹਮਣੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਾਖੀ ਰੱਖਣੀ ਚਾਹੁੰਦਾ, ਜਿਸ ਤੋਂ ਸਾਨੂੰ ਗੱਲ ਹੋਰ ਵੀ ਸਮਝ ਵਿੱਚ ਆ ਜਾਏਗੀ। ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ, ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਹਨ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਵਿੱਚ ਰਹਿੰਦੇ ਸੀ। ਉੱਥੇ ਇੱਕ ਤਪਾ ਰਹਿੰਦਾ ਸੀ, ਜਿਹਦੇ ਕੋਲ ਆਪਣੀਆਂ ਸ਼ਕਤੀਆਂ ਵੀ ਬਹੁਤ ਸਨ, ਸ਼ਕਤੀਆਂ ਦਾ ਮਾਲਕ ਸੀ। ਪਰ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਸੰਗਤ ਬਹੁਤ ਆਉਣ ਲੱਗ ਪਈ।
ਔਰ ਇਹ ਸੁਭਾਵਕ ਹੀ ਹੈ, ਜਦੋਂ ਇੱਕ ਲਾਈਨ ਦੇ ਦੋ ਮਨੁੱਖ ਹੋ ਜਾਂਦੇ ਨੇ, ਇੱਕ ਨੂੰ ਜ਼ਿਆਦਾ ਮਾਣ ਮਰਿਆਦਾ ਮਿਲੇ, ਉਹਦੀ ਈਰਖਾ ਔਰ ਨਿੰਦਾ ਹੋਣੀ ਸੁਭਾਵਕ ਹੈ ਨਾਲ ਦਿਆਂ ਵੱਲੋਂ। ਇਹੀ ਗੱਲ ਤਪੇ ਨੇ ਗੁਰੂ ਅੰਗਦ ਸਾਹਿਬ ਜੀ ਨਾਲ ਕੀਤੀ। ਮਹਾਰਾਜ ਜੀ ਦੀ ਨਿੰਦਾ ਕਰਦਾ ਹੈ, ਕਾਹਦੇ ਲਈ? ਸਿਰਫ ਆਪਣੇ ਲਾਲਚ ਲਈ, ਆਪਣੇ ਲੋਭ ਲਈ। ਉਸਨੇ ਆਪਣੇ ਲੋਭ ਨੂੰ ਮੁੱਖ ਰੱਖਦਿਆਂ ਮਹਾਰਾਜ ਜੀ ਦੀ ਨਿੰਦਾ ਸ਼ੁਰੂ ਕਰ ਦਿੱਤੀ। ਰੱਬ ਦੀ ਐਸੀ ਭਾਵੀ ਬਣੀ, ਖਡੂਰ ਸਾਹਿਬ ਦੇ ਵਿੱਚ ਕਈ ਮਹੀਨਾ ਡੇਢ ਮੀਂਹ ਨਾ ਪਿਆ। ਪਹਿਲਾਂ ਜਿਹੜਾ ਫਸਲਾਂ ਦਾ ਆਧਾਰ ਉਹ ਬਾਰਿਸ਼ ਤੇ ਹੀ ਹੁੰਦਾ ਸੀ। ਬਾਰਿਸ਼ ਨਾ ਪੈਣ ਕਰਕੇ ਚਾਰੇ ਬੰਨੇ ਸੋਕਾ ਹੀ ਸੋਕਾ ਹੋ ਗਿਆ। ਹੁਣ ਸਾਰੇ ਪਿੰਡ ਦੇ ਲੋਕ ਤਪੇ ਨੂੰ ਆਪਣਾ ਗੁਰੂ ਮੰਨਦੇ ਸਨ। ਤਪੇ ਕੋਲ ਪਹੁੰਚੇ। ਤਪਾ ਕਹਿੰਦਾ, ਮੈਨੂੰ ਪਤਾ ਹੈ ਮੀਂਹ ਕਿਉਂ ਨਹੀਂ ਪੈ ਰਿਹਾ, ਇਹਦੇ ਅਨਰਥ ਹੋਣ ਦੇ ਕਾਰਨ ਮੈਨੂੰ ਪਤਾ ਹਨ। ਪੁੱਛਦੇ ਕੀ ਕਾਰਨ ਹੈ? ਕਹਿੰਦੇ ਇਸ ਦਾ ਕਾਰਨ ਇਹ ਹੈ, ਸਾਡੇ ਪਿੰਡ ਦੇ ਅੰਦਰ ਗੁਰੂ ਅੰਗਦ ਸਾਹਿਬ ਜੀ ਦੁਨੀਆ ਤੋਂ ਉਲਟ ਮਰਿਆਦਾਵਾਂ ਚਲਾ ਰਹੇ ਨੇ। ਉਹਨਾਂ ਮਰਿਆਦਾਵਾਂ ਦੇ ਉਲਟਾ ਹੋਣ ਕਰਕੇ ਰੱਬ ਨਾਰਾਜ਼ ਹੋ ਗਿਆ। ਕਿਉਂਕਿ ਸਾਧ ਸੰਗਤ ਜਿਹੜਾ ਧਾਰਮਿਕ ਪੁਰਸ਼ ਹੁੰਦਾ ਹੈ, ਉਹ ਬੜੀ ਛੇਤੀ ਲੋਕਾਂ ਨੂੰ ਵਰਗਲਾ ਲੈਂਦਾ ਹੈ। ਕਿਉਂ? ਕਿਉਂਕਿ ਉਹਨੂੰ ਲੋਕਾਂ ਦੀ ਕਮਜ਼ੋਰੀ ਪਤਾ ਹੁੰਦੀ ਹੈ। ਔਰ ਹਰੇਕ ਮਨੁੱਖ ਦੀ ਇੱਕ ਕਮਜ਼ੋਰੀ ਹੈ, ਡਰ। ਹਰੇਕ ਮਨੁੱਖ ਮੋਹ ਦੇ ਵਿੱਚ ਹੈ, ਔਰ ਜਿਵੇਂ ਹੀ ਮੋਹ ਵਿੱਚ ਹੋਏਗਾ ਉਹਨੂੰ ਡਰਾਇਆ ਜਾ ਸਕਦਾ ਹੈ। ਜਿਸ ਮਨੁੱਖ ਵਿੱਚ ਹੰਕਾਰ ਹੈ ਉਹ ਡਰਪੋਕ ਵੀ ਹੋਏਗਾ। ਜਿਹੜੇ ਮਨੁੱਖਾਂ ਵਿੱਚ ਪੰਜਾਂ ਵਕਾਰਾਂ ਚੋਂ ਕੋਈ ਵੀ ਵਕਾਰ ਹੈ, ਉਹਦੇ ਅੰਦਰ ਇਹ ਜ਼ਰੂਰ ਹੋਏਗਾ, ਉਹ ਡਰਾਕਲ ਹੋਏਗਾ, ਡਰਪੋਕ ਹੋਏਗਾ। ਦੁਨੀਆ ਇਸੇ ਕਰਕੇ ਧਾਰਮਿਕ ਤੌਰ ਤੇ ਡਰਪੋਕ ਹੈ। ਕਾਰਨ ਕੀ? ਦੁਨੀਆ ਵਿੱਚ ਮੋਹ ਹੈ। ਹਰੇਕ ਮੁਖ ਦਾ ਮੋਹ ਹੈ ਆਪਣੇ ਬੱਚਿਆਂ ਨਾਲ, ਆਪਣੇ ਪਰਿਵਾਰ ਨਾਲ, ਹਰੇਕ ਚੀਜ਼ ਨਾਲ ਮੋਹ ਹੈ। ਜੇ ਉਹਨੂੰ ਕੋਈ ਬਾਹਰ ਕੋਈ ਹੱਥ ਵਿਖਾਉਣ ਵਾਲਾ ਵੀ ਆ ਜਾਏ ਤੇ ਉਹ ਕਹਦੇ ਤੁਹਾਡੇ ਘਰ ਤੇ ਸਾੜ ਸਤੀ ਆਉਣ ਵਾਲੀ ਹੈ 2-4 ਮਹੀਨਿਆਂ ਵਿੱਚ, ਔਰ ਇਹ ਬੜਾ ਮਾੜਾ ਹੋਏਗਾ। ਹੁਣ ਮਨੁੱਖ ਨੂੰ ਨਾਲੋਂ ਨਾਲ ਉਹ ਮੋਹ ਜਿਹੜਾ ਹੈ ਉਹ ਡਰਾ ਦਿੰਦਾ ਹੈ। ਮੋਹ ਕਰਕੇ ਮਨੁੱਖ ਡਰ ਜਾਂਦਾ ਹੈ, ਔਰ ਡਰਨ ਕਰਕੇ ਫਿਰ ਕਹਿੰਦਾ ਹੈ ਜੋ ਤੁਹਾਨੂੰ ਚਾਹੀਦਾ ਉਹ ਅਸੀਂ ਕਰਨ ਨੂੰ ਤਿਆਰ ਹਾਂ, ਸਾਡੀ ਇਹ ਬਲਾ ਟਾਲ ਲਓ। ਹਜੇ ਬਲਾ ਆਈ ਨਹੀਂ, ਪਤਾ ਵੀ ਨਹੀਂ ਆਉਣੀ ਹੈ ਕਿ ਨਹੀਂ ਆਉਣੀ, ਪਰ ਉਹ ਧਾਰਮਿਕ ਪਰਸਨ ਹੈ, ਉਹਨੂੰ ਲੋਕਾਂ ਦੀ ਨਬਜ਼ ਪਤਾ ਹੈ, ਕਮਜ਼ੋਰੀ ਪਤਾ ਹੈ। ਪਰ ਜਿਸ ਨੂੰ ਦੁਨੀਆ ਦੀ ਕਮਜ਼ੋਰੀ ਪਤਾ, ਜਿਹਦੀ ਕਮਜ਼ੋਰੀ ਪਤਾ ਹੈ, ਉਹਨੂੰ ਜੋ ਮਰਜ਼ੀ ਕਰਾਇਆ ਜਾ ਸਕਦਾ ਹੈ। ਲੋਕਾਂ ਦੀ ਕਮਜ਼ੋਰੀ ਪਤਾ ਹੋਣ ਕਰਕੇ ਲੋਕ ਡਰਾ ਲੈਂਦੇ ਨੇ, ਵਰਗਲਾ ਲੈਂਦੇ ਨੇ। ਇਵੇਂ ਸਾਧ ਸੰਗਤ ਉਹ ਡਰਾ ਲੈਂਦੇ ਸਨ। ਜਦੋਂ ਡਰਾਉਣ ਕਰਕੇ ਸਾਰੇ ਪਿੰਡ ਵਾਲਿਆਂ ਨੂੰ ਕਿਹਾ ਸ਼ਾਸਤਰਾਂ ਤੋਂ ਉਲਟ ਗੱਲਾਂ ਚੱਲ ਰਹੀਆਂ ਨੇ, ਮਰਿਆਦਾ ਤੋਂ ਹੀਣੀਆਂ ਗੱਲਾਂ ਚੱਲ ਰਹੀਆਂ ਨੇ, ਇਸ ਕਰਕੇ ਪਿੰਡ ਦੇ ਉੱਤੇ ਬੜਾ ਭਾਰੀ ਸੰਕਟ ਹੈ। ਦੂਰ ਕਿਵੇਂ ਹੋਏਗਾ? ਕਹਿੰਦੇ ਇਹਦਾ ਇੱਕ ਹੀ ਉਪਾਅ ਹੈ, ਰਾਜਨੀਤੀ ਵਰਤਣੀ ਉਹਨੇ। ਰਾਜਨੀਤੀ ਇਹ ਹੈ, ਜਦੋਂ ਆਪਣੇ ਬਰਾਬਰ ਦਾ ਮਨੁੱਖ ਹੋਏ ਉਹਨੂੰ ਉੱਥੋਂ ਕੱਢ ਦਿਓ ਤਾਂ ਆਪਣੀ ਅਗਲੀ ਗੱਲ ਚੱਲ ਸਕਦੀ ਹੈ। ਹੁਣ ਉਹ ਰਾਜਨੀਤੀ ਵਰਤ ਰਹੇ ਨੇ ਕਿ ਵੀ ਗੁਰੂ ਅੰਗਦ ਸਾਹਿਬ ਨੂੰ ਇੱਥੋਂ ਕੱਢੋ। ਉਹ ਸੋਚਦਾ ਅਗਰ ਗੁਰੂ ਅੰਗਦ ਸਾਹਿਬ ਇੱਥੋਂ ਚਲੇ ਗਏ ਤੇ ਮੇਰਾ ਕੰਮ ਸਹੀ ਹੋ ਜਾਏਗਾ। ਅੰਨਿਆ ਜਕਾਣਾ ਰਾਜਾ ਹੈ ਹੀ ਹੈ। ਗੁਰੂ ਅੰਗਦ ਸਾਹਿਬ ਜੀ ਸਹੀ ਗੱਲ ਦੱਸ ਰਹੇ ਨੇ, ਪਰਮਾਰਥ ਦੀ ਗੱਲ ਦੱਸ ਰਹੇ ਨੇ, ਪਰ ਅੰਨੇ ਨੂੰ ਬਰਦਾਸ਼ਤ ਨਹੀਂ। ਕਾਰਨ ਕੀ ਹੈ? ਕਾਰਨ ਇਹ ਉਹਦਾ ਧੰਦਾ ਬੰਦ ਹੁੰਦਾ ਹੈ, ਉਹਦੀ ਮਾਣ ਮਰਿਆਦਾ ਤੇ ਠੇਸ ਪਹੁੰਚਦੀ ਹੈ। ਇਸ ਕਰਕੇ ਉਹ ਅੰਨਿਆਂ ਦੇ ਵਿੱਚ ਕਾਣਾ ਰਾਜਾ ਤਪਾ,
ਉਹ ਲੋਕਾਂ ਨੂੰ ਕਹਿੰਦਾ ਗੁਰੂ ਅੰਗਦ ਸਾਹਿਬ ਨੂੰ ਬਾਹਰ ਕੱਢ ਦਿਓ ਪਿੰਡੋਂ। ਗੁਰੂ ਅੰਗਦ ਸਾਹਿਬ ਜੀ ਕੋਲ ਸਿੱਖ ਤੁਰ ਕੇ ਆਏ ਪਿੰਡ ਵਾਲੇ, ਕਹਿੰਦੇ ਜਾਓ ਬਾਹਰ, ਸਾਡੇ ਪਿੰਡ ਵਿੱਚ ਬਾਰਿਸ਼ ਨਹੀਂ ਪੈ ਰਹੀ ਤੁਹਾਡੇ ਕਰਕੇ। ਮਹਾਰਾਜ ਕਹਿੰਦੇ ਭਾਈ ਬਾਰਿਸ਼ ਪੈਣ ਦਾ ਜਾਂ ਨਾ ਪੈਣ ਦਾ ਕਾਰਨ ਮੈਂ ਨਹੀਂ ਹਾਂ, ਬਾਰਿਸ਼ ਪਰਮਾਤਮਾ ਦੇ ਹੁਕਮ ਵਿੱਚ ਪੈਂਦੀ ਹੈ, ਪਤਾ ਨਹੀਂ ਕਦੋਂ ਪੈ ਜਾਏ। ਮਨੁੱਖ ਨੂੰ ਦੁੱਖ ਤੇ ਸੁੱਖ ਮਿਲਦੇ ਨੇ, ਉਹਦੇ ਪਿੱਛੇ ਮੈਂ ਨਹੀਂ ਕਾਰਨ, ਉਹਦੇ ਕਰਮ ਨੇ। ਜਦੋਂ ਕਰਮ ਹੀ ਮਾੜੇ ਕਰਨੇ ਨੇ ਫਿਰ ਸੁੱਖਾਂ ਦੀ ਭਾਗ ਕਿੱਥੋਂ। ਜਦੋਂ ਜ਼ਿੰਦਗੀ ਵਿੱਚ ਸੋਚ ਹੀ ਮਾੜੀ ਰੱਖਣੀ ਹੈ ਫਿਰ ਮਨੁੱਖ ਨੂੰ ਸੁੱਖ ਕਿੱਥੋਂ। ਸਾਰਾ ਦਿਨ ਜਦੋਂ ਮਨੁੱਖ ਨੇ ਦਿਮਾਗ ਦੇ ਵਿੱਚ ਕੁਛ ਤੇ ਕੁਛ ਸੋਚੀ ਜਾਣਾ ਹੈ ਫਿਰ ਸੁੱਖ ਕਿੱਥੋਂ। ਮਹਾਰਾਜ ਨੂੰ ਕਹਿੰਦੇ ਨਹੀਂ, ਸਾਨੂੰ ਗਿਆਨ ਦੱਸਣ ਦੀ ਲੋੜ ਨਹੀਂ, ਤੁਸੀਂ ਬਾਹਰ ਜਾਓ। ਮਾਰ ਕੇ ਭਾਈ ਤੁਹਾਡੀ ਮਰਜ਼ੀ ਹੈ। ਸਾਧ ਸੰਗਤ ਆਪਣੇ ਘਰ ਨੂੰ ਛੱਡ ਕੇ ਜਾਣਾ ਲੋਕਾਂ ਦੇ ਕਹਿਣ ਤੇ ਇਹ ਸੌਖਾ ਨਹੀਂ ਹੈ। ਪਰ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਕੋਈ ਵੈਰ ਨਹੀਂ ਪਿੰਡ ਨਾਲ। ਆਮ ਮਨੁੱਖ ਹੋਏ ਨਾ, ਜਿਹਦੇ ਕੋਲ ਮਾੜੀ ਜੀ ਵੀ ਸ਼ਕਤੀ ਹੋਏ, ਇੱਕ ਹੀ ਗੱਲ ਕਹਿੰਦਾ ਹੈ, ਜਾਓ ਤੁਹਾਡਾ ਬੰਸ ਉਹ ਬਰਬਾਦ ਹੋ ਜਾਏਗਾ, ਤੁਹਾਡੇ ਘਰੋਂ ਪਦਾਰਥ ਜਾਂਦੇ ਰਹਿਣਗੇ, ਪਿੰਡ ਦੇ ਵਿੱਚ ਮੀਂਹ ਨਹੀਂ ਪਏਗਾ। ਪਰ ਮਹਾਰਾਜ ਐਸਾ ਨਹੀਂ, ਨਿਰਮਲ, ਕੋਈ ਰਾਗ ਨਹੀਂ। ਕਹਿੰਦੇ ਚਲੋ ਭਾਈ ਇਹ ਵੀ ਪਰਮਾਤਮਾ ਦਾ ਹੁਕਮ ਹੈ। ਆਪਣਾ ਘਰ ਛੱਡ ਕੇ ਪਿੰਡ ਤੋਂ ਬਾਹਰ ਬਹਿ ਗਏ। ਸਾਧ ਸੰਗਤ ਇਸ ਕਰਕੇ ਜਿਹੜਾ ਬ੍ਰਹਮ ਗਿਆਨ ਵਿੱਚ ਮਨੁੱਖ ਪਹੁੰਚ ਜਾਂਦਾ ਹੈ ਉਹ ਨਿਰਮਲ ਤੋਂ ਵੀ ਨਿਰਮਲ ਹੁੰਦਾ ਹੈ। ਉਹਨੂੰ ਕੋਈ ਮੈਲ ਨਹੀਂ ਹੈ ਕਿਸੇ ਪ੍ਰਕਾਰ ਦੀ, ਕਿਸੇ ਪ੍ਰਕਾਰ ਦਾ ਉਹਨੂੰ ਡਰ ਵੀ ਨਹੀਂ ਹੈ। ਇਹਨਾਂ ਭਾਵਾਂ ਤੋਂ ਉਹ ਰਹਿਤ ਹੈ। ਦੂਜੀ ਗੱਲ ਹੈ, ਜਿਹੜੇ ਮਨੁੱਖ ਨਿਰਮਲ ਨੇ ਸਾਧ ਸੰਗਤ, ਅੱਗੇ ਉਹਨਾਂ ਦੇ ਮਨ ਵਿੱਚ ਪ੍ਰਗਾਸ ਵੀ ਹੈ, ਉਹਨਾਂ ਦੇ ਮਨ ਦੇ ਵਿੱਚ ਗਿਆਨ ਵੀ ਹੈ, ਸਮਝ ਵੀ ਹੈ, ਸੋਝੀ ਵੀ ਹੈ। ਆਪਾਂ ਅਕਸਰ ਕਹਿੰਦੇ ਹਾਂ ਪਰਮਾਤਮਾ ਦਾ ਮਿਲ ਜਾਣਾ ਕੀ ਹੈ? ਪਰਮਾਤਮਾ ਦਾ ਮਿਲ ਜਾਣਾ ਸਮਝ ਦਾ ਮਿਲ ਜਾਣਾ। ਸੁਰਤ ਨੂੰ ਉਹਦੀ ਭਾਲ ਹੋ ਜਾਣੀ, ਸੁਰਤ ਦੇ ਵਿੱਚ ਉਹਦੀ ਗੱਲ ਚੱਲ ਪੈਣੀ, ਇਹ ਪਰਮਾਤਮਾ ਦਾ ਮਿਲਣ ਹੈ। ਪਤਾ ਲੱਗ ਜਾਣਾ ਉਹ ਹੈ, ਹਰੇਕ ਵਸਤੂ ਵਿੱਚ ਉਹ ਬੋਲ ਰਿਹਾ, ਇਹ ਸਮਝ ਆ ਜਾਣੀ, ਇਹ ਤੇ ਉਹਦਾ ਮਿਲਣ ਹੈ। ਸ਼ਾਰੀਰਿਕ ਰੂਪ ਦੇ ਵਿੱਚ ਪਰਮਾਤਮਾ ਨਹੀਂ ਮਿਲਦਾ ਹੁੰਦਾ। ਸਾਧ ਸੰਗਤ ਮਿਲ ਵੀ ਸਕਦਾ, ਉਹਦੀ ਮਰਜ਼ੀ ਹੈ, ਪਰ ਸ਼ਾਰੀਰਿਕ ਰੂਪ ਵਿੱਚ ਮਿਲਿਆ ਹੋਇਆ ਪਰਮਾਤਮਾ ਸਦਾ ਨਹੀਂ ਰਹੇਗਾ। ਕਿਉਂ? ਜਿਹੜੇ ਸਰੀਰ ਨੂੰ ਮਿਲੇਗਾ ਉਹ ਅੱਖਾਂ ਸਦਾ ਨਹੀਂ ਰਹਿਣਗੀਆਂ। ਇਸ ਕਰਕੇ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਮਨੁੱਖ ਦੇ ਹਿਰਦੇ ਵਿੱਚ ਪ੍ਰਗਾਸ ਹੁੰਦਾ ਹੈ, ਗਿਆਨ ਹੁੰਦਾ ਹੈ, ਸੋਝੀ ਹੁੰਦੀ, ਸਮਝ ਹੁੰਦੀ ਹੈ। ਜੈਸੇ ਧਰ ਉੱਪਰ ਆਕਾਸ਼, ਜੈਸੇ ਧਰ ਉੱਪਰ ਆਕਾਸ਼, ਜਿਵੇਂ ਧਰਤੀ ਦੇ ਉੱਤੇ ਆਕਾਸ਼ ਹੈ, ਭਾਵ ਸਭ ਥਾਂ ਹੈ, ਐਵੇਂ ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ ਹੈ ਪਰਮਾਤਮਾ ਹਰ ਥਾਂ ਹੈ, ਹਰ ਜੀਵ ਵਿੱਚ ਹੈ, ਹਰ ਕੋਨੇ 'ਚ ਹੈ। ਉਹਨੂੰ ਇਹ ਪਤਾ ਲੱਗ ਜਾਂਦਾ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਹਰ ਜਰਰੇ ਜਰਰੇ ਵਿੱਚ ਹੈ, ਹਰ ਮਨੁੱਖ ਦੇ ਵਿੱਚੋਂ ਉਹ ਬੋਲਦਾ ਹੈ। ਸਾਧ ਸੰਗਤ ਐਸੇ ਮਨੁੱਖ ਵੀ ਹੋਏ ਨੇ, ਐਸੇ ਭਗਤ ਵੀ ਹੋਏ ਨੇ। ਭਗਤ ਨਾਮਦੇਵ ਜੀ ਦੇ ਘਰ ਜਿਵੇਂ ਇੱਕ ਕੁੱਕਰ ਮੱਖਣ ਖਾਣ ਆ ਗਿਆ, ਖਾਂਦਾ, ਉਹ ਪਿੱਛੇ ਕਟੋਰਾ ਲੈ ਕੇ ਪਿੱਛੇ ਭੱਜ ਪਏ। ਕਹਿੰਦੇ ਭਗਵਾਨ ਜੀ ਹੋਰ ਖਾ ਕੇ ਜਾਓ। ਉਹਨਾਂ ਨੂੰ ਇੱਕ ਕੁੱਕਰ ਵਿੱਚੋਂ ਵੀ ਪਰਮਾਤਮਾ ਵਿਖਦਾ ਹੈ। ਪਰ ਅੱਜ ਦੀ ਜਿਹੜੀ ਬੁੱਧੀ ਇਹਨੂੰ ਨਹੀਂ ਮੰਨੇਗੀ, ਕਿਉਂਕਿ ਅੱਜ ਮਨੁੱਖ ਦੀ ਸੋਚ ਬੜੀ ਛੋਟੀ ਹੋ ਗਈ ਹੈ, ਬੜੇ ਨੀਵੇਂ ਦਰਜੇ ਦਾ ਹੋ ਗਿਆ। ਜਿੰਨੀ ਸੌੜੀ ਸੋਚ ਦਾ ਮਾਲਕ ਹੋਏਗਾ ਉਨਾ ਜ਼ਿਆਦਾ ਕ੍ਰੋਧੀ ਹੋਏਗਾ, ਉਨਾ ਜ਼ਿਆਦਾ ਹੰਕਾਰੀ ਹੋਏਗਾ। ਜਿੰਨੀ ਛੋਟੀ ਸਮਝ ਦਾ ਮਾਲਕ ਹੋਏਗਾ ਉਨਾ ਜ਼ਿਆਦਾ ਲੋਭੀ ਹੋਏਗਾ, ਉਨਾ ਜ਼ਿਆਦਾ ਹੰਕਾਰੀ ਹੋਏਗਾ, ਔਰ ਉਨਾ ਹੀ ਜ਼ਿਆਦਾ ਕ੍ਰੋਧੀ ਹੋਏਗਾ। ਜਿਸ ਮਨੁੱਖ ਦੀ ਸਮਝ ਵੱਡੀ ਹੈ, ਕ੍ਰੋਧ ਉਹਦੇ ਨੇੜੇ ਤੇੜੇ ਵੀ ਨਹੀਂ ਹੁੰਦਾ। ਛੋਟੀ ਸਮਝ ਵਾਲੇ ਲੋਕ ਅਕਸਰ ਕ੍ਰੋਧੀ ਹੁੰਦੇ ਨੇ।
ਛੋਟੀ ਸਮਝ ਵਾਲੇ ਲੋਕ ਅਕਸਰ ਹੰਕਾਰੀ ਹੁੰਦੇ ਨੇ। ਇਸ ਕਰਕੇ ਕਈ ਮਨੁੱਖ ਥੋੜਾ ਜਿਹਾ ਉਹਨਾਂ ਨੂੰ ਕੁਝ ਮਿਲ ਜਾਏ, ਧਨ ਦੌਲਤ ਮਿਲ ਜਾਏ, ਕੋਈ ਮਾਣ ਵਡਿਆਈ ਮਿਲ ਜਾਏ, ਨਾਲੋਂ ਨਾਲ ਹੰਕਾਰ ਕਰ ਲੈਂਦੇ ਨੇ। ਉਹ ਛੋਟੀ ਸੋਚ, ਉਹਨਾਂ ਨੂੰ ਇਹ ਨਹੀਂ ਪਤਾ ਇਹ ਜਿਹੜੀ ਮਾਣ ਮਰਿਆਦਾ ਹੈ ਇਹ ਸਦੀਵੀ ਨਹੀਂ ਹੈ। ਦੁਨੀਆ ਤੇ ਕੋਈ ਵੀ ਚੀਜ਼ ਸਦੀਵੀ ਨਹੀਂ ਰਹਿੰਦੀ ਸਾਧ ਸੰਗਤ। ਜੇ ਅੱਜ ਇੱਜ਼ਤ ਹੈ ਇਹ ਸਦੀਵੀ ਨਹੀਂ ਰਹੇਗੀ। ਮੈਂ ਆਪ ਜੀ ਅੱਗੇ ਬੇਨਤੀ ਕਰਾਂ, ਜੇ ਅੱਜ ਤੋਂ 5 ਸਾਲ ਪਹਿਲਾਂ ਪੈਸਾ ਸੀ ਇਹ ਜ਼ਰੂਰੀ ਨਹੀਂ ਹੈ ਉਹ ਅੱਜ ਵੀ ਹੋਏ, ਔਰ ਜੇ ਅੱਜ ਹੈ ਇਹ ਜ਼ਰੂਰੀ ਨਹੀਂ ਅੱਜ ਤੋਂ 2 ਸਾਲ ਬਾਅਦ ਵੀ ਹੋਏ। ਜੋ ਕੁਝ ਅੱਜ ਹੈ ਇਹ ਜ਼ਰੂਰੀ ਨਹੀਂ ਕੱਲ ਵੀ ਹੋਏ। ਜੋ ਕੁਝ ਅੱਜ ਨਹੀਂ ਹੈ ਇਹ ਜ਼ਰੂਰੀ ਨਹੀਂ ਉਹ ਕੱਲ ਨਹੀਂ ਹੋਏਗਾ, ਹੋ ਸਕਦਾ ਹੈ। ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ। ਇਸ ਕਰਕੇ ਕਦੀ ਵੀ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਔਰ ਇਹ ਨਹੀਂ ਕਹਿਣਾ ਚਾਹੀਦਾ ਮੇਰੇ ਕੋਲ ਕੁਝ ਨਹੀਂ ਹੋਏਗਾ, ਇਹ ਜ਼ਰੂਰੀ ਨਹੀਂ ਹੈ। ਪਰਮਾਤਮਾ ਹਰ ਥਾਂ ਤੇ ਹੈ, ਹਰ ਜੀਵ ਵਿੱਚ ਹੈ। ਜਦੋਂ ਕੰਮ ਸਵਾਰਦਾ ਸਾਧ ਸੰਗਤ ਮਨੁੱਖਾਂ ਦੇ ਵਿੱਚ ਹੀ ਬੈਠਾ ਰਹਿੰਦਾ ਹੈ। ਜੋ ਜੋ ਅਸੀਂ ਸੋਚੀ ਜਾਂਦੇ ਅਗਲੇ ਦੇ ਮੁਖ ਚੋਂ ਕਢਵਾਈ ਜਾਂਦਾ ਹੈ ਸਾਰਾ ਕੁਝ। ਇਹ ਬ੍ਰਹਮ ਗਿਆਨੀ ਨੂੰ ਪਤਾ ਹੈ। ਉਹਨੂੰ ਜਿਹੜੀ ਵੀ ਚੀਜ਼ ਮਿਲ ਰਹੀ ਹੈ, ਜਿਹੜੀ ਚੀਜ਼ ਸਮਝ ਰਹੀ ਹੈ, ਉਹ ਹਰੇਕ ਚੀਜ਼ ਸਮਝਦਾ ਭਾਈ ਪ੍ਰਮਾਤਮਾ ਕੰਮ ਕਰ ਰਿਹਾ ਹੈ। ਪਰ ਮਨੁੱਖ ਦੀ ਇਹ ਫਿਤਰਤ ਹੈ, ਜਦੋਂ ਇਹਨੂੰ ਕੁਝ ਮਿਲਦਾ ਇਹ ਪਤਾ ਕੀ ਸੋਚਦਾ ਹੈ। ਜਦੋਂ ਇਹਦਾ ਕੋਈ ਕਾਰਜ ਸਵਰ ਰਿਹਾ ਹੋਏ ਨਾ, ਇਹਦਾ ਫਲਾਣਾ ਬੰਦਾ ਸਵਾਰਿਆ, ਨਹੀਂ। ਮਨੁੱਖ ਤੇ ਸਿਰਫ ਸਾਧਨ ਮਾਤਰ ਹੈ ਬਸ। ਮਨੁੱਖ ਦੇ ਕੀਤੇ ਹੋਏ ਚੰਗੇ ਕਰਮ ਪਰਮਾਤਮਾ ਉਹਨਾਂ ਦਾ ਫਲ ਦਿੰਦਾ ਹੈ ਬੰਦਿਆਂ ਦੇ ਰੂਪ ਵਿੱਚ। ਕੋਈ ਨਾ ਕੋਈ ਉਹਦੀ ਮਦਦ ਕਰਨਾ, ਕੋਈ ਨਾ ਕੋਈ ਨੇੜੇ ਲੱਗ ਜਾਂਦਾ ਹੈ, ਆਪਣੇ ਆਪ ਹੀ ਲੱਗਦਾ ਉਹ ਆਪ ਹੀ ਹੈ, ਰਹਿੰਦਾ ਕਿਸੇ ਦੇ ਵਿੱਚ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਮਨ ਵਿੱਚ ਪ੍ਰਗਾਸ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਉਹਨੂੰ ਇਹ ਪਤਾ ਹੁੰਦਾ ਹੈ ਮਨਾ ਕਦੇ ਵੀ ਜ਼ਿੰਦਗੀ ਵਿੱਚ ਚਿੰਤਤ ਰਹਿਣ ਦੀ ਲੋੜ ਨਹੀਂ। ਜਿੱਥੇ ਵੀ ਮੈਂ ਜਾਵਾਂਗਾ ਜਹ ਜਾਈਏ ਤਹਾਂ ਸੁਹੇਲੇ। ਜਿਹੜੀ ਵੀ ਸਿਚੁਏਸ਼ਨ ਵਿੱਚ ਮੈਂ ਜਾਵਾਂਗਾ ਪਰਮਾਤਮਾ ਉੱਥੇ ਹੀ ਸਹਾਈ ਹੋਏਗਾ। ਉਹ ਉੱਥੇ ਹੀ ਹੈ, ਹਰ ਥਾਂ ਤੇ ਹੈ। ਅੱਗੇ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਮਿੱਤਰ ਸੱਤਰ ਸਮਾਨ। ਸਾਧ ਸੰਗਤ ਇਹ ਸਮਝਣ ਦੀ ਗੱਲ ਹੈ, ਬ੍ਰਹਮ ਗਿਆਨੀ ਵਾਸਤੇ ਨਾ ਕੋਈ ਮਿੱਤਰ ਹੈ ਤੇ ਨਾ ਕੋਈ ਸ਼ਤਰੂ ਹੈ। ਜਿਹਦੇ ਹਜੇ ਮਿੱਤਰ ਨੇ ਉਹਦੇ ਸ਼ਤਰੂ ਵੀ ਨੇ। ਜਿਹਦਾ ਹਜੇ ਕੋਈ ਦੁਸ਼ਮਣ ਹੈ ਉਹਦਾ ਕੋਈ ਮਿੱਤਰ ਵੀ ਹੈ। ਜਿਹਦਾ ਨਾ ਮਿੱਤਰ ਹੈ ਨਾ ਦੁਸ਼ਮਣ ਹੈ ਉਹ ਬ੍ਰਹਮ ਗਿਆਨੀ ਹੈ, ਉਹ ਸੰਤ ਹੈ, ਉਹ ਸਾਧੂ ਹੈ। ਜਿਸ ਨੂੰ ਹਜੇ ਕੋਈ ਚੀਜ਼ ਚੰਗੀ ਲੱਗਦੀ ਹੈ ਉਹਨੂੰ ਕੁਝ ਮਾੜਾ ਵੀ ਲੱਗਦਾ ਹੋਏਗਾ। ਜਿਸ ਨੂੰ ਹਜੇ ਕਿਸੇ ਦੇ ਕ੍ਰੋਧ ਆਉਂਦਾ ਹੈ ਕਿਤੇ ਸ਼ਾਂਤੀ ਵੀ ਹੋਏਗੀ। ਜੇ ਕਿਤੇ ਹਜੇ ਸੋਕਾ ਹੈ ਕਿਤੇ ਜਲਥਲ ਵੀ ਹੋਏਗੀ। ਜਿੱਥੇ ਹਜੇ ਦੋਵੇਂ ਚੀਜ਼ਾਂ ਨੇ ਉੱਥੇ ਗਿਆਨ ਨਹੀਂ ਹੈ। ਹਜੇ ਮਨੁੱਖ ਨੇ ਜੇ ਕਿਸੇ ਨੂੰ ਮਿੱਤਰ ਸਮਝ ਲਿਆ ਹੈ, ਕਿਸੇ ਨੂੰ ਸ਼ਤਰੂ ਸਮਝ ਲਿਆ ਹੈ, ਹਜੇ ਫਿਰ ਉਹ ਕਿਤੇ ਵੀ ਨਹੀਂ ਪਹੁੰਚਿਆ। ਹਜੇ ਧਰਮ ਦੇ ਮਾਰਗ ਤੇ ਉਹਦੀ ਸ਼ੁਰੂਆਤ ਵੀ ਨਹੀਂ ਹੋਈ। ਜਿਉਂ-ਜਿਉਂ ਮਨੁੱਖ ਸ਼ੁਰੂਆਤ ਕਰਦਾ ਹੈ, ਬੰਦਗੀ ਕਰਦਾ ਹੈ, ਅੰਤ ਦੇ ਵਿੱਚ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕੋਈ ਮਿੱਤਰ ਨਹੀਂ ਹੈ, ਕੋਈ ਸ਼ਤਰੂ ਵੀ ਨਹੀਂ ਹੈ। ਜੇ ਗੁਰਬਾਣੀ ਇਹ ਕਹਿੰਦੀ ਹੈ ਨਾ, ਰੇ ਮਨ ਤੇਰੋ ਕੋਏ ਨਹੀਂ ਖਿੰਚ ਲੈ ਜਿਨ ਭਾਰ, ਬਿਰਖ ਬਸੇਰਾ ਪੰਖ ਕੋ ਤੈਸੋ ਇਹ ਸੰਸਾਰ। ਇਹ ਸਮਝ ਲਈ ਮਨੁੱਖਾ ਗੱਲ, ਜੇ ਤੇਰਾ ਇੱਥੇ ਕੋਈ ਮਿੱਤਰ ਨਹੀਂ ਨਾ ਫਿਰ ਸ਼ਤਰੂ ਵੀ ਨਹੀਂ ਹੈ। ਜੇ ਹਜੇ ਤਈ ਕੋਈ ਦੁਸ਼ਮਣ ਹੈ ਫਿਰ ਹਜੇ ਕੋਈ ਮਿੱਤਰ ਵੀ ਹੋਏਗਾ। ਇਸ ਕਰਕੇ ਜਿੰਨੇ ਵੀ ਅੱਜ ਤਾਈਂ ਭਗਤ ਹੋਏ ਉਹਨਾਂ ਕਦੇ ਨਹੀਂ ਕਿਹਾ ਇੱਕ ਰੱਬ ਤੋਂ ਸਿਵਾਏ ਕਦੀ ਮਿੱਤਰ ਮੰਨਿਆ ਹੀ ਨਹੀਂ ਦੁਨੀਆ ਤੇ ਕੋਈ। ਉਹਨਾਂ ਨੂੰ ਪਤਾ ਹੈ ਜੇ ਮੈਂ ਅੱਜ ਕਿਸੇ ਲਈ ਮਿੱਤਰਤਾ ਦੀ ਭਾਵਨਾ ਬਣਾਵਾਂਗਾ ਕਿਸੇ ਲਈ ਦੁਸ਼ਮਣੀ ਦੀ ਵੀ ਬਣਾਉਣੀ ਪਏਗੀ। ਇਸ ਕਰਕੇ ਉਹ ਇੱਕ ਹੀ ਗੱਲ ਕਹਿੰਦੇ ਨੇ, ਹੇ ਪ੍ਰਮਾਤਮਾ ਤੇਰੇ ਤੋਂ ਸਿਵਾਏ
ਸਾਡਾ ਮਿੱਤਰ ਹੀ ਕੋਈ ਨਹੀਂ। ਮਿੱਤਰ ਕਨੇਰੇ ਕਰ ਥੱਕੀ। ਮਨੁੱਖ ਵੈਸੇ ਬੜੇ ਮਿੱਤਰ ਬਣਾਉਂਦਾ ਹੈ, ਕਿਉਂ? ਮੇਰਾ ਕੋਈ ਦੁੱਖ ਕੱਟ ਦੇਵੇ। ਮਿੱਤਰਤਾ ਕਿਉਂ ਬਣਾਉਂਦਾ ਹੈ? ਇਹਦੇ ਪਿੱਛੇ ਵੀ ਆਪਾਂ ਡੂੰਘਾ ਚੱਲੀਏ। ਕਿਸੇ ਨੂੰ ਮਿੱਤਰ ਕਿਉਂ ਬਣਾ ਰਿਹਾ ਹੈ? ਮੈਨੂੰ ਕਿਤੇ ਸਾਥ ਦੇਵੇਗਾ। ਪਰ ਬ੍ਰਹਮ ਗਿਆਨੀ ਕਿਸੇ ਨੂੰ ਮਿੱਤਰ ਬਣਾਉਂਦਾ ਹੀ ਨਹੀਂ। ਕਾਰਨ ਉਹਨੂੰ ਪਤਾ ਹੈ ਜੇ ਕਿਸੇ ਨੂੰ ਮਿੱਤਰ ਬਣਾਵਾਂਗਾ ਫਿਰ ਉੱਤੇ ਆਸ ਇਹ ਧਰੀ ਜਾਏਗੀ ਮੇਰਾ ਸਾਥ ਦੇਵੇਗਾ। ਨਹੀਂ, ਉਹ ਇੱਕ ਹੀ ਗੱਲ ਕਹਿੰਦਾ, ਧਰ ਜੀ ਅੜੇ ਇੱਕ ਟੇਕ ਤੂੰ ਲਾਹੇ ਵਡਾਨੀ ਆ। ਇਹਦਾ ਮਤਲਬ ਇਹ ਨਹੀਂ ਹੈ ਉਹ ਮਨੁੱਖ ਕਿਸੇ ਨਾਲ ਬੋਲਦੇ ਹੀ ਨਹੀਂ, ਫਿਰ ਐਸਾ ਨਹੀਂ ਹੈ। ਹਰ ਮਨੁੱਖ ਦੇ ਨਾਲ ਉਹਨਾਂ ਦਾ ਮਿੱਤਰ ਵਾਸਤੇ ਵੀ ਇੱਕੋ ਹੀ ਰਾਜ ਹੈ, ਸ਼ਤਰੂ ਵਾਸਤੇ ਵੀ ਇੱਕੋ ਰਾਜ ਹੈ। ਆਪਾਂ ਕਈ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜੰਗ ਕਰਦੇ ਨੇ, ਅਸੀਂ ਅਸਲ ਸੋਚਦੇ ਹੋਵਾਂਗੇ ਵੈਰੀਆਂ ਦਾ ਦਲ, ਦੁਸ਼ਮਣਾਂ ਦਾ ਦਲ। ਇਹ ਇਤਿਹਾਸਕਾਰਾਂ ਦੀਆਂ ਗੱਲਾਂ ਹੋ ਸਕਦੀਆਂ ਨੇ, ਅੱਗੇ ਦੁਸ਼ਮਣ ਖੜੇ ਨੇ। ਗੁਰੂ ਗੋਬਿੰਦ ਸਿੰਘ ਵਾਸਤੇ ਅੱਗੇ ਦੁਸ਼ਮਣ ਕੋਈ ਨਹੀਂ ਹੈ, ਉਹਨਾਂ ਵਾਸਤੇ ਮਿੱਤਰ ਵੀ ਕੋਈ ਨਹੀਂ। ਇਹ ਇਤਿਹਾਸਕਾਰ ਕਹਿ ਸਕਦਾ ਹੈ ਇੱਕ ਬੰਨੇ ਵੈਰੀਆਂ ਦਾ ਦਲ ਖੜਾ ਸੀ, ਦੁਸ਼ਮਣਾਂ ਦਾ ਦਲ ਖੜਾ ਸੀ, ਇੱਕ ਬੰਨੇ ਮਹਾਰਾਜ ਸਨ। ਨਹੀਂ, ਇਹ ਸੰਸਾਰਿਕ ਲੋਕਾਂ ਦੀ ਤੇ ਗੱਲ ਹੋ ਸਕਦੀ ਹੈ, ਗੁਰੂ ਗੋਬਿੰਦ ਸਿੰਘ ਦੀ ਨਹੀਂ। ਇਸ ਕਰਕੇ ਉਹਨਾਂ ਨੇ ਕਿਹਾ ਸੀ, ਨਾ ਮੇਰਾ ਖਾਲਸਾ ਹੈ ਤੇ ਨਾ ਮੇਰੀ ਫਤਿਹ ਹੈ। ਇਹਦਾ ਮਤਲਬ ਕੀ ਹੈ? ਨਾ ਮੈਂ ਜੰਗ ਕੀਤਾ ਹੈ, ਨਾ ਮੇਰੀ ਫਤਿਹ ਹੈ। ਜੰਗ ਵੀ ਉਹਨੇ ਕੀਤਾ ਹੈ, ਫਤਿਹ ਵੀ ਉਹਦੀ ਹੈ। ਇਹੀ ਗੱਲ ਅਰਜੁਨ ਨੂੰ ਸ਼੍ਰੀ ਕ੍ਰਿਸ਼ਨ ਸਮਝਾਉਂਦੇ ਨੇ ਮਹਾਭਾਰਤ ਵਿੱਚ। ਕਹਿੰਦੇ ਮਹਾਭਾਰਤ ਦੇ ਵਿੱਚ ਕਹਿੰਦੇ ਨੇ, ਹੇ ਅਰਜੁਨ, ਅੱਗੇ ਕੋਈ ਵੈਰੀ ਨਹੀਂ ਹੈ, ਕੋਈ ਸਕਾ ਭਰਾ ਵੀ ਨਹੀਂ ਹੈ। ਅਰਜੁਨ ਕਹਿੰਦਾ ਕਿਵੇਂ ਮਾਰਾਂਗਾ? ਅੱਗੇ ਤੇ ਸਾਰੇ ਭਰਾ ਖੜੇ ਨੇ। ਕਹਿੰਦੇ ਇਹੀ ਤੇ ਤੇਰੀ ਅਗਿਆਨਤਾ ਹੈ, ਤੂੰ ਕਿਸੇ ਨੂੰ ਨਹੀਂ ਮਾਰਨਾ। ਉਹ ਮਰੇ ਪਏ ਨੇ ਪਹਿਲਾਂ ਹੀ। ਕਹਿੰਦੇ ਵਿਰਾਟ ਰੂਪ ਵੇਖ, ਪਹਿਲਾਂ ਮਰੇ ਪਏ ਨੇ, ਤੂੰ ਤੇ ਮੋਹਰਾ ਬਣਨਾ ਹੈ ਬਸ ਵਿੱਚ। ਤੇਰਾ ਜਿਹਨੇ ਸਾਥ ਦੇਣਾ ਉਹ ਤੇਰੇ ਨਾਲ ਖੜੇ ਨੇ, ਪਹਿਲਾਂ ਹੀ ਖੜੇ ਨੇ। ਭਾਵ ਇਹ ਹੈ ਜੋ ਕੁਝ ਹੋਣਾ ਉਹ ਪਹਿਲਾਂ ਡਿਸਾਈਡ ਹੈ। ਕਿਸੇ ਨੇ ਮਿੱਤਰ ਬਣ ਕੇ ਨਾਲ ਹੋਣਾ ਹੈ, ਕਿਸੇ ਨੇ ਸ਼ਤਰੂ ਬਣ ਕੇ ਅੱਗੇ ਖਲੋਣਾ ਹੈ, ਇਹ ਸਭ ਪਤਾ ਹੈ। ਇੱਕ ਬ੍ਰਹਮ ਗਿਆਨੀ ਮਨੁੱਖ ਨੂੰ ਪਤਾ ਹੁੰਦਾ ਹੈ ਇਹ ਸਭ ਕੁਝ ਉਹਦੇ ਹੁਕਮ ਵਿੱਚ ਹੈ। ਜਿਹੜਾ ਮਨੁੱਖ ਅੱਜ ਤਾਈਂ ਮਿੱਤਰ ਸੀ ਇੱਕਦਮ ਸ਼ਤਰੂ ਬਣ ਗਿਆ, ਉਹਦਾ ਕੀ ਕਾਰਨ ਬਣਿਆ? ਕਿਉਂਕਿ ਕਿਸੇ ਦੇ ਵੀ ਹਿੱਤ ਨੂੰ ਜਦੋਂ ਵੀ ਸੱਟ ਵੱਜੇਗੀ ਉਹ ਸ਼ਤਰੂ ਬਣ ਜਾਏਗਾ। ਕਿਉਂਕਿ ਹਰ ਮਨੁੱਖ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਲੈਣ ਦੇਣ ਵਾਸਤੇ। ਜਦੋਂ ਹੀ ਲੈਣਾ ਦੇਣਾ, ਇਹ ਜ਼ਰੂਰੀ ਨਹੀਂ ਪੈਸੇ ਦਾ ਹੀ, ਇੱਜ਼ਤ ਦਾ ਲੈਣਾ ਦੇਣਾ। ਜਦੋਂ ਵੀ ਕੋਈ ਜੀ ਮਾੜੀ ਚੀਜ਼ ਅਸੀਂ ਘੱਟ ਕਰਾਂਗੇ ਉਹ ਨਾਲ ਹੀ ਵੈਰੀ ਬਣ ਜਾਏਗਾ। ਜਿਹੜਾ ਕਈ ਸਾਲਾਂ ਤੋਂ ਮਿੱਤਰ ਬਣਿਆ ਆਉਂਦਾ ਸੀ ਇੱਕਦਮ ਵੈਰੀ ਬਣ ਗਿਆ। ਕਾਰਨ ਕੀ ਹੋਇਆ? ਉਹਦੇ ਕਿਸੇ ਨਾ ਕਿਸੇ ਹਿੱਤ ਨੂੰ ਸੱਟ ਵੱਜੀ ਹੈ, ਉਹਦੀ ਕਿਸੇ ਨਾ ਕਿਸੇ ਮਾਣ ਮਰਿਆਦਾ ਨੂੰ ਚੋਟ ਪਹੁੰਚਾਈ ਹੈ, ਤਾਂ ਉਹ ਵੈਰੀ ਬਣ ਗਿਆ। ਕਿਉਂ? ਇਸੇ ਕਰਕੇ ਤੋਂ ਜੁੜਿਆ ਹੋਇਆ ਸੀ। ਮਨੁੱਖ ਅਕਸਰ ਉਹਨਾਂ ਲੋਕਾਂ ਦਾ ਵੈਰੀ ਬਣ ਜਾਂਦਾ ਹੈ ਜਿਹੜੇ ਉਹਦੇ ਕਿਸੇ ਨਾ ਕਿਸੇ ਚੀਜ਼ ਨੂੰ ਸੱਟ ਮਾਰਨ, ਉਹਦੇ ਇੱਜ਼ਤ ਨੂੰ ਸੱਟ ਮਾਰਨ, ਉਹਦੇ ਪੈਸੇ ਨੂੰ ਸੱਟ ਮਾਰਨ, ਉਹਦਾ ਹੀ ਮਨੁੱਖ ਵੈਰੀ ਬਣ ਜਾਂਦਾ। ਮੈਂ ਉਸ ਦਿਨ ਵੀ ਕਿਹਾ ਸਾਧ ਸੰਗਤ, 3 ਵਕਾਰ ਨੇ। ਹੰਕਾਰ, ਵੈਸੇ 5 ਨੇ, 2 ਪ੍ਰਗਟਾਵਾ ਕਰਦੇ ਨੇ। ਹੰਕਾਰ, ਲੋਭ ਅਤੇ ਕਾਮ। ਕੋਈ ਆਪਣਾ ਸੱਕਾ ਰਿਸ਼ਤੇਦਾਰ ਹੋਏ, ਕੋਈ ਸੱਕਾ ਮਿੱਤਰ ਹੋਏ, ਲੋਭੀ ਹੋਏ, ਜੇ ਤੇ ਤੁਸੀਂ ਉਹਦੇ ਲੋਭ ਦੇ ਵਿੱਚ ਸਾਥ ਦੇ ਰਹੇ ਹੋ ਫਿਰ ਤੇ ਤੁਸੀਂ ਉਹਦੇ ਰਿਸ਼ਤੇਦਾਰ ਹੋ। ਜੇ ਉਹਦੇ ਲੋਭ ਵਿੱਚ ਸਾਥ ਨਹੀਂ ਦਿੱਤਾ ਉਹ ਤੁਹਾਨੂੰ ਕ੍ਰੋਧ ਕਰੇਗਾ ਔਰ ਤੁਹਾਨੂੰ ਸ਼ਤਰੂ ਸਮਝਣਾ ਸ਼ੁਰੂ ਕਰ ਦੇਗਾ। ਜੇ ਕਿਸੇ ਦੇ ਹੰਕਾਰ ਦੇ ਵਿੱਚ ਤੁਸੀਂ ਸਾਥ ਦੇ ਰਹੇ ਹੋ, ਜੇ ਕਿਸੇ ਨੂੰ ਦੁਨੀਆ ਕਹੀ ਜਾਂਦੀ ਹੈ ਇਹ ਬੜਾ ਵੱਡਾ ਹੈ, ਤੁਸੀਂ ਉਹਨੂੰ ਕਹਿੰਦੇ ਨਹੀਂ ਭਾਈ ਤੇਰੇ ਅੰਦਰ ਕਮੀਆਂ ਬੜੀਆਂ ਨੇ, ਉਹ ਨਾਲੋਂ ਨਾਲ ਵੈਰੀ ਬਣ ਜਾਏਗਾ। ਇਸ ਕਰਕੇ ਯਾਦ ਰੱਖਣਾ ਸਾਧ ਸੰਗਤ, ਜਿਹੜਾ ਦੋਸਤ, ਜਿਹੜਾ ਮਿੱਤਰ ਹੁੰਦਾ ਹੈ, ਜੇ ਮਿੱਤਰ ਹੈ, ਜਿਹੜੇ ਸਾਧੂ ਸੰਤ ਹੁੰਦੇ ਨੇ ਸੱਚਾਈ ਦੇ ਖਲੋਤੇ ਨੇ, ਉਹੀ ਅਸਲ ਮਿੱਤਰ ਹੁੰਦੇ ਨੇ। ਤਾਂ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ, ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਜੇ ਕਦੇ ਮਿੱਤਰਤਾ ਵੀ ਕਰਨੀ ਹੈ ਤੇ ਫਿਰ ਕਿਸੇ ਐਸੇ ਮਨੁੱਖ ਨਾਲ ਕਰਨੀ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ, ਜਿਹੜਾ ਪਰਮਾਤਮਾ ਨਾਲ ਜੁੜਿਆ ਹੈ। ਕਿਉਂ? ਉਹ ਜਦੋਂ ਵੀ ਤੈਨੂੰ ਕੋਈ ਗੱਲ ਕਹੇਗਾ ਆਪਣੇ ਲੋਭ ਵਸ ਹੋ ਕੇ ਨਹੀਂ ਕਹੇਗਾ, ਸਿੱਧੀ ਕਹਿ ਦੇਗਾ ਭਾਈ ਇਹ ਤੇਰੇ ਵਿੱਚ ਗਲਤੀ ਹੈ, ਇਹਨੂੰ ਠੀਕ ਕਰ, ਆਪਣੀਆਂ ਗਲਤੀਆਂ ਨੂੰ ਠੀਕ ਕਰ। ਔਰ ਜਿਹੜਾ ਮਿੱਤਰ ਕਿਸੇ ਫਾਇਦੇ ਲਈ ਜੁੜਿਆ ਹੈ
ਉਹ ਸਾਡੀਆਂ ਗਲਤ ਗੱਲਾਂ ਨੂੰ ਵੀ ਠੀਕ ਦੀ ਹਾਮੀ ਭਰੀ ਜਾਏਗਾ, ਸਾਡੀਆਂ ਗਲਤੀਆਂ ਨੂੰ ਵੀ ਠੀਕ ਕਰੀ ਜਾਏਗਾ। ਜਿਹੜਾ ਮਨੁੱਖ ਸਾਡੀਆਂ ਗਲਤੀਆਂ ਨੂੰ ਵੀ ਠੀਕ ਕਰ ਰਿਹਾ ਹੈ, ਫਿਰ ਉਹ ਮਿੱਤਰ ਨਹੀਂ ਹੈ, ਉਹ ਦੁਸ਼ਮਣ ਹੈ। ਔਰ ਉਹ ਦੁਸ਼ਮਣ ਸਭ ਤੋਂ ਮਾੜਾ ਹੈ। ਘੱਟੋ ਘੱਟ ਦੁਸ਼ਮਣ ਠੀਕ ਹੈ। ਕਿਉਂ? ਦੁਸ਼ਮਣ ਦੇ ਹੁੰਦਿਆਂ ਅਸੀਂ ਗਲਤੀ ਨਹੀਂ ਕਰਾਂਗੇ। ਜਿਹੜਾ ਕੋਈ ਵੈਰੀ ਦਲ ਹੈ, ਕੋਈ ਦੁਸ਼ਮਣ ਹੈ, ਉਹਦੇ ਹੁੰਦਿਆਂ ਗਲਤੀ ਨਹੀਂ ਹੋਏਗੀ। ਕਿਉਂ? ਸਾਨੂੰ ਪਤਾ ਹੈ ਸਾਡੀ ਕਮਜ਼ੋਰੀ ਫੜ ਲਏਗਾ। ਉਸ ਮਿੱਤਰ ਨਾਲੋਂ ਉਹ ਦੁਸ਼ਮਣ ਠੀਕ ਹੈ। ਇਸ ਕਰਕੇ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਮਿੱਤਰ ਸੱਤਰ ਸਮਾਨ। ਬ੍ਰਹਮ ਗਿਆਨੀ ਵਾਸਤੇ ਮਿੱਤਰ ਤੇ ਸ਼ਤਰੂ ਦੋਵੇਂ ਸਮਾਨ ਨੇ। ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ। ਬ੍ਰਹਮ ਗਿਆਨੀ ਨੂੰ ਅਭਿਮਾਨ ਵੀ ਕੋਈ ਨਹੀਂ। ਕਿਉਂ? ਉਹਨੂੰ ਇਹ ਪਤਾ ਹੈ ਦੁਨੀਆ ਉੱਤੇ ਉਹਦਾ ਕੱਖ ਵੀ ਨਹੀਂ। ਕਿਉਂਕਿ ਅਭਿਮਾਨ ਕਿਸੇ ਨਾ ਕਿਸੇ ਚੀਜ਼ ਤੇ ਖਲੋਏਗਾ ਨਾ। ਅਭਿਮਾਨ ਨੂੰ ਖਲੋਣ ਦੇ ਲਈ ਕੁਝ ਤੇ ਚਾਹੀਦਾ ਹੈ। ਹੰਕਾਰ ਨਹੀਂ ਖਲੋਏਗਾ ਕਿਸ ਚੀਜ਼ ਤੇ। ਹੰਕਾਰ ਨੂੰ ਖਲੋਣ ਦੇ ਲਈ ਕੁਝ ਨਾ ਕੁਝ ਤੇ ਸੀਮਾ ਚਾਹੀਦੀ ਹੈ। ਹੰਕਾਰ ਜਾਂ ਤੇ ਖਲੋਤਾ ਹੁੰਦਾ ਹੈ ਮਾਇਆ ਤੇ, ਹੰਕਾਰ ਜਾਂ ਖਲੋਤਾ ਹੁੰਦਾ ਪੈਸੇ ਤੇ, ਕੱਪੜੇ ਤੇ, ਲੀੜੇ ਤੇ, ਰੂਪ ਤੇ, ਰੰਗ ਤੇ, ਇਹਨਾਂ ਚੀਜ਼ਾਂ ਤੇ ਖਲੋਤਾ ਹੁੰਦਾ, ਜਾਂ ਸਰੀਰ ਦੇ ਮਾਣ ਤੇ, ਭਰਾਵਾਂ ਦੇ ਮਾਣ ਤੇ, ਆਪਣੀ ਬਰਾਦਰੀ ਦੇ ਮਾਣ ਤੇ, ਦੇਸ਼ ਦੇ ਮਾਣ ਤੇ। ਹੰਕਾਰ ਨੂੰ ਖਲੋਣ ਵਾਸਤੇ ਕੁਝ ਚਾਹੀਦਾ ਹੈ। ਜਿੱਥੇ ਕੁਝ ਵੀ ਨਹੀਂ ਉੱਥੇ ਹੰਕਾਰ ਖਲੋਏਗਾ ਹੀ ਨਹੀਂ। ਹੰਕਾਰ ਉੱਥੇ ਹੈ ਜਿੱਥੇ ਮਨੁੱਖ ਨੂੰ ਕਿਸੇ ਨਾ ਕਿਸੇ ਚੀਜ਼ ਤੇ ਮਾਣ ਹੈ, ਉਹ ਮਨੁੱਖ ਹੰਕਾਰੀ ਹੁੰਦਾ ਅਕਸਰ। ਬ੍ਰਹਮ ਗਿਆਨੀ ਨੂੰ ਦੁਨੀਆ ਦੇ ਕਿਸੇ ਤੇ ਵੀ ਮਾਣ ਨਹੀਂ, ਇਸ ਕਰਕੇ ਹੰਕਾਰੀ ਹੁੰਦਾ ਹੀ ਨਹੀਂ। ਉਹਨੂੰ ਇੱਕੋ ਇੱਕ ਮਾਣ ਹੁੰਦਾ, ਉਹ ਪਰਮਾਤਮਾ ਹੈ, ਬਾਕੀ ਕਿਸੇ ਦਾ ਕੋਈ ਮਾਣ ਨਹੀਂ। ਔਰ ਜਿਹਦਾ ਮਾਣ ਪਰਮਾਤਮਾ ਹੋ ਜਾਂਦਾ ਉਹ ਹੰਕਾਰੀ ਨਹੀਂ ਹੁੰਦੇ। ਕਿਉਂ? ਜਿਹੜੇ ਪਰਮਾਤਮਾ ਤਾਈਂ ਪਹੁੰਚ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਪਰਮਾਤਮਾ ਬੜਾ ਵੱਡਾ ਹੈ, ਮੇਰੀ ਸੀਮਾ ਬੜੀ ਛੋਟੀ ਹੈ, ਮੈਂ ਕੁਝ ਵੀ ਨਹੀਂ। ਜਿਹੜੇ ਮਨੁੱਖ ਆਪਣੇ ਆਪ ਨੂੰ ਇਹ ਸਮਝਦੇ ਨੇ ਮੈਂ ਕੁਝ ਵੀ ਨਹੀਂ, ਉਹ ਸਭ ਤੋਂ ਉੱਚੇ ਹੁੰਦੇ ਨੇ। ਗੁਰਬਾਣੀ ਨੇ ਕਿਹਾ ਹੈ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜਿਹੜੇ ਆਪਣੇ ਆਪ ਨੂੰ ਬੜੇ ਨੀਵੇਂ ਤੌਰ ਤੇ ਸਮਝ ਲੈਂਦੇ ਨੇ ਉਹ ਸਭ ਤੋਂ ਉੱਚੇ ਨੇ। ਗੁਰੂ ਰਾਮਦਾਸ ਜੀ ਮਹਾਰਾਜ ਜਿਸ ਦਿਨ ਗੁਰਤਾ ਗੱਦੀ ਦੀ ਪਰਖ ਹੋਈ, ਭਾਈ ਰਾਮਾ ਤੇ ਗੁਰੂ ਰਾਮਦਾਸ ਜੀ ਦੋਵੇਂ ਥੜੇ ਬਣਾਉਂਦੇ ਨੇ। ਵੇਖੋ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ। ਗਿਆਨ ਹੋਇਆ ਜਿਹਨੂੰ। ਗੁਰੂ ਅਮਰਦਾਸ ਜੀ ਰੋਜ਼ ਆਉਂਦੇ ਨੇ ਸ਼ਾਮ ਨੂੰ। ਪਹਿਲੇ ਦਿਨ ਵੇਖਿਆ ਥੜਾ ਬਣਿਆ ਭਾਈ ਰਾਮੇ ਦਾ ਤੇ ਗੁਰੂ ਰਾਮਦਾਸ ਦਾ। ਮਹਾਰਾਜ ਕਹਿੰਦੇ ਰਾਮਿਆ ਥੜਾ ਸਹੀ ਨਹੀਂ ਬਣਿਆ। ਹੁਣ ਰਾਮੇ ਨੂੰ ਆਪਣੀ ਸ਼ਿਲਪਕਾਰੀ ਤੇ ਆਪਣੀ ਬੁੱਧੀ ਤੇ ਮਾਣ ਹੈ। ਆਪਣੀ ਬੁੱਧੀ ਤੇ ਮਾਣ ਹੋਣ ਕਰਕੇ ਉਹ ਕਹਿੰਦਾ ਗੁਰੂ ਜੀ ਥੜਾ ਜਿਵੇਂ ਤੁਸੀਂ ਕਿਹਾ ਉਵੇਂ ਹੀ ਬਣਿਆ। ਗੁਰੂ ਜੀ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਕੋਲ ਜਾਂਦੇ ਨੇ। ਭਾਈ ਜੇਠਾ ਜੀ ਥੜਾ ਸਹੀ ਨਹੀਂ ਬਣਿਆ। ਕਹਿੰਦੇ ਮਹਾਰਾਜ ਮੇਰੇ 'ਚ ਬੁੱਧੀ ਨਹੀਂ ਹੈ, ਮੇਰੇ ਤੋਂ ਗਲਤੀ ਹੋ ਗਈ, ਕਿਰਪਾ ਕਰੋ ਸਹੀ ਬਣ ਜਾਏਗਾ। ਦੂਜੇ ਦਿਨ ਫਿਰ ਐਵੇਂ ਹੀ ਹੋਇਆ। ਤੀਜੇ ਦਿਨ ਭਾਈ ਰਾਮੇ ਕੋਲ ਗਏ। ਭਾਈ ਰਾਮਾ ਤੇ ਬਿਲਕੁਲ ਹੀ ਕਹਿਣ ਲੱਗਿਆ ਮਹਾਰਾਜ ਅਸਲ 'ਚ ਤੁਸੀਂ ਬਜ਼ੁਰਗ ਹੋ ਗਏ। ਆਪਣੀ ਬੁੱਧੀ ਦਾ ਮਾਣ, ਕਿਉਂਕਿ ਮਾਣ ਨੂੰ ਖਲੋਣ ਵਾਸਤੇ ਕੁਝ ਚਾਹੀਦਾ ਹੈ। ਭਾਈ ਰਾਮੇ ਕੋਲ ਆਪਣੇ ਗੁਣਾਂ ਦਾ ਮਾਣ ਹੈ, ਅਗਿਆਨਤਾ ਨਹੀਂ ਹੈ। ਆਪਣੇ ਗੁਣ ਉਹਦੇ ਖਲੋਤੇ ਨੇ। ਕਹਿੰਦੇ ਮਹਾਰਾਜ ਮੈਂ ਤੇ ਸਹੀ ਬਣਾ ਰਿਹਾ, ਪਰ ਅਸਲ ਦੇ ਵਿੱਚ ਤੁਸੀਂ ਬਜ਼ੁਰਗ ਹੋ ਗਏ ਹੋ। ਜਿਹੋ ਜਿਹਾ ਤੁਸੀਂ ਦੱਸ ਜਾਂਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਗੁਰੂ ਰਾਮਦਾਸ ਜੀ ਕੋਲ ਗਏ। ਗੁਰੂ ਰਾਮਦਾਸ ਜੀ ਨੂੰ ਕਹਿੰਦੇ ਥੜਾ ਸਹੀ ਨਹੀਂ ਬਣਿਆ। ਮਹਾਰਾਜ ਪੈਰਾਂ 'ਚ ਪੈ ਗਏ, ਕਿਉਂਕਿ ਮਾਣ ਨਹੀਂ ਨਾ ਕੋਈ। ਕਹਿੰਦੇ ਮਹਾਰਾਜ ਸਾਹਿਬ ਜੀ ਜੈਸਾ ਥੜਾ ਤੁਸੀਂ ਚਾਹੁੰਦੇ ਹੋ ਐਸਾ ਮੈਂ ਨਹੀਂ ਬਣਾ ਪਾਵਾਂਗਾ। ਕਿਉਂ? ਤੁਹਾਡੀ ਪਹੁੰਚ, ਤੁਹਾਡੀ ਸਮਝ ਬੜੀ ਅਗੰਮੀ ਹੈ। ਮੈਂ ਤੇ ਇੱਕ ਸਾਗਰ ਦੇ ਸਾਹਮਣੇ, ਇੱਕ ਨਹਿਰ ਦਾ ਕੀ ਕਲੋਲ ਹੈ। ਤੁਸੀਂ ਇੱਕ ਸਾਗਰ ਦੇ ਸਮਾਨ ਹੋ, ਮੈਂ ਇੱਕ ਨਦੀ ਦੇ ਸਮਾਨ ਹਾਂ। ਇੱਕ ਨਦੀ ਸਾਗਰ ਦੇ ਸਾਹਮਣੇ ਕੀ ਕਰ ਸਕਦੀ ਹੈ? ਕੁਝ ਵੀ ਨਹੀਂ। ਇਸ ਕਰਕੇ ਮਹਾਰਾਜ ਥੜਾ ਮੇਰੇ ਤੋਂ ਨਹੀਂ ਬਣੇਗਾ। ਇਹ ਤਾਂ ਤੁਸੀਂ ਕਿਰਪਾ ਕਰੋਗੇ ਤਾਂ ਬਣ ਸਕਦਾ ਹੈ। ਤੁਹਾਡੀ ਕਿਰਪਾ ਤੋਂ ਬਣਾ ਥੜਾ ਨਹੀਂ ਹੈ।
ਇਹਨੂੰ ਕਹਿੰਦੇ ਨੇ ਸਾਧ ਸੰਗਤ, ਜਿਹਨੂੰ ਗਿਆਨ ਹੋ ਗਿਆ, ਉਹਨੂੰ ਪਤਾ ਲੱਗ ਜਾਂਦਾ ਹੈ ਪਰਮਾਤਮਾ ਦੀ ਜ਼ਿੰਦਗੀ ਦੇ ਵਿੱਚ। ਉਹਨੂੰ ਇਹ ਵੀ ਪਤਾ ਹੈ ਕਿਸੇ ਵੀ ਚੀਜ਼ ਦਾ ਹੰਕਾਰ ਉਹਦੇ ਕੋਲ ਨਹੀਂ ਹੁੰਦਾ। ਕਿਉਂ? ਉਹਨੂੰ ਪਤਾ ਹੈ ਪਤਾ ਨਹੀਂ ਪਰਮਾਤਮਾ ਨੇ ਕਦੋਂ ਕਿਹੜੀ ਚੀਜ਼ ਖੋਹ ਲੈਣੀ ਹੈ। ਮੈਂ ਬੜੀ ਵਾਰੀ ਇੱਕ ਕਹਾਣੀ ਮੈਨੂੰ ਬੜੀ ਸੋਹਣੀ ਲੱਗਦੀ ਹੈ। ਇੱਕ ਫਕੀਰ, ਉਹਨੂੰ ਇੱਕ ਵੇਸ਼ਵਾ ਰੋਜ਼ ਕਹਿੰਦੀ ਹੈ, ਤੇਰੀ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂੰਛ। ਹੈ ਫਕੀਰ ਹੈ, ਪਹੁੰਚਿਆ ਹੋਇਆ ਹੈ, ਵੇਸ਼ਵਾ ਰੋਜ਼ ਆ ਕੇ ਪੁੱਛਦੀ ਹੈ, ਹੇ ਫਕੀਰ ਦੱਸ ਕੀ ਚੰਗਾ ਹੈ। ਪਰ ਸਾਧ ਸੰਗਤ ਆਪਣੇ ਗੁਣਾਂ ਦਾ ਮਾਣ ਹੀ ਨਹੀਂ। ਜਿਸ ਦਿਨ ਮਰਨ ਲੱਗਿਆ ਉਸ ਦਿਨ ਵੇਸ਼ਵਾ ਨੂੰ ਸੱਦ ਲਿਆ। ਵੇਸ਼ਵਾ ਨੂੰ ਕਹਿੰਦਾ, ਹੇ ਵੇਸ਼ਵਾ, ਤੇਰੇ ਕੁੱਤੇ ਦੀ ਪੂੰਛ ਨਾਲੋਂ ਮੇਰੀ ਦਾੜੀ 100 ਗੁਣਾ ਚੰਗੀ ਹੈ। ਕਹਿੰਦੇ ਇਹ ਗੱਲ ਤੂੰ ਪਹਿਲਾਂ ਕਿਉਂ ਨਹੀਂ ਦੱਸੀ? ਕਹਿੰਦੇ ਇਹ ਗੱਲ ਮੈਂ ਤੈਨੂੰ ਪਹਿਲਾਂ ਤਾਂ ਨਹੀਂ ਦੱਸੀ, ਇਹ ਦੁਨੀਆ ਦੇ ਵਿੱਚ ਬੜੀਆਂ ਠੋਕਰਾਂ ਨੇ, ਪਤਾ ਨਹੀਂ ਕਿਹੜੇ ਮੋੜ ਤੇ ਬੰਦਾ ਡਿੱਗ ਜਾਏ, ਇਹ ਕੋਈ ਪਤਾ ਨਹੀਂ। ਇਹ ਮਨੁੱਖ ਸਾਧ ਸੰਗਤ ਉਹਨੂੰ ਹੀ ਪਤਾ ਲੱਗਦਾ ਜਿਹਨੂੰ ਗਿਆਨ ਹੋ ਗਿਆ। ਹਰੇਕ ਮਨੁੱਖ ਨੂੰ ਕਿੱਥੋਂ ਪਤਾ ਲੱਗੇਗਾ? ਵੈਸੇ ਤੇ ਹਰੇਕ ਮਨੁੱਖ ਆਪਣੇ ਆਪ ਤੇ ਟੋਲਸਟਾਏ ਬਣਿਆ ਹੈ, ਸ਼ੇਕਸਪੀਅਰ ਬਣਿਆ ਆਪਣੀ ਸੋਚ ਦੇ ਅਨੁਸਾਰ। ਹਰੇਕ ਮਨੁੱਖ ਇਹ ਸਮਝੀ ਜਾਂਦਾ ਮੇਰੇ ਤੋਂ ਸਿਆਣਾ ਕੋਈ ਨਹੀਂ ਦੁਨੀਆ 'ਚ। ਇਹੀ ਤੇ ਹੰਕਾਰ ਹੈ। ਹਰੇਕ ਮਨੁੱਖ ਨੂੰ ਹੰਕਾਰ ਆਪਣੀ ਸਿਆਣਪ ਦਾ ਹੈ, ਔਰ ਇਹ ਹੰਕਾਰ ਬਚਪਨ ਤੋਂ ਸ਼ੁਰੂ ਹੁੰਦਾ ਹੈ, ਅੰਤ ਤਾਈਂ, ਜਵਾਨੀ ਦੇ ਅੰਤ ਤਾਈਂ ਚੱਲਦਾ ਰਹਿੰਦਾ, ਬੁਢੇਪੇ ਤਾਈਂ। ਉਹ ਕਹਿੰਦਾ ਹੁਣ ਤੂੰ ਕਿਉਂ ਕਿਹਾ? ਉਹ ਕਹਿੰਦੀ ਹੈ ਵੇਸ਼ਵਾ, ਹੇ ਫਕੀਰ ਕਹਿੰਦਾ, ਵੇਸ਼ਵਾ ਹੁਣ ਮੈਨੂੰ ਪਤਾ ਮੇਰਾ ਅੰਤ ਸਮਾਂ ਆ ਗਿਆ ਹੈ, ਔਰ ਇਹ ਵੀ ਪਰਮਾਤਮਾ ਦੀ ਕਿਰਪਾ ਰਹੀ ਹੈ, ਮੇਰੇ ਤੇ ਦਾਗ ਨਹੀਂ ਲੱਗਿਆ, ਤਾਂ ਕਰਕੇ ਮੈਂ ਅਭਿਮਾਨ ਨਹੀਂ ਕਰ ਰਿਹਾ। ਹੁਣ ਵੀ ਤੈਨੂੰ ਸਮਝਾ ਰਿਹਾ, ਮੈਨੂੰ ਇਵੇਂ ਲੱਗਦਾ ਹੈ ਮੇਰੀ ਦਾੜੀ ਠੀਕ ਹੈ। ਸਾਧ ਸੰਗਤ, ਜਿਨ੍ਹਾਂ ਨੂੰ ਗਿਆਨ ਹੁੰਦਾ ਹੈ ਉਹਨਾਂ ਅੰਦਰ ਅਭਿਮਾਨ ਨਹੀਂ ਹੁੰਦਾ। ਜਿਨ੍ਹਾਂ ਨੂੰ ਅਭਿਮਾਨ ਹੁੰਦਾ ਹੈ ਉਹਨਾਂ ਅੰਦਰ ਗਿਆਨ ਨਹੀਂ ਹੁੰਦਾ। ਜਿਨ੍ਹਾਂ ਅੰਦਰ ਪ੍ਰਕਾਸ਼ ਹੈ ਉਹਨਾਂ ਅੰਦਰ ਇਹ ਅੰਧੇਰਾ ਨਹੀਂ ਹੁੰਦਾ। ਜਿਨ੍ਹਾਂ ਦੇ ਅੰਦਰ ਅੰਧੇਰਾ ਹੈ ਉਹਨਾਂ ਅੰਦਰ ਪ੍ਰਕਾਸ਼ ਨਹੀਂ ਹੁੰਦਾ। ਹਨੇਰਾ ਕੀ ਹੈ? ਅਗਿਆਨਤਾ। ਆਪਣੇ ਆਪ ਨੂੰ ਮਹਾਨ ਮੰਨਣਾ ਮਨੁੱਖ ਦੀ ਸਭ ਤੋਂ ਵੱਡੀ ਇਹੀ ਗਲਤੀ ਹੈ। ਆਪਣੇ ਆਪ ਨੂੰ ਕੁਝ ਮੰਨਣਾ ਇਹੀ ਮਨੁੱਖ ਦੀ ਸਭ ਤੋਂ ਵੱਡੀ ਗਲਤੀ ਹੈ। ਔਰ ਹਰ ਥਾਂ ਤੇ ਲੜਾਈ ਵੀ ਇਹ ਹੈ। ਹਰ ਥਾਂ ਤੇ, ਹਰ ਘਰ ਵਿੱਚ ਲੜਾਈ ਵੀ ਇਹ ਹੈ। ਕੀ ਲੜਾਈ? ਮੈਂ ਸ੍ਰੇਸ਼ਟ ਹਾਂ, ਬਸ। ਹਰ ਪਿੰਡ ਵਿੱਚ ਇਹੀ ਲੜਾਈ ਹੈ, ਮੈਂ ਤੇਰੇ ਤੋਂ ਵੱਡਾ, ਮੈਂ ਤੇਰੇ ਤੋਂ ਸਮਝਦਾਰ ਹਾਂ, ਬਸ ਇਹ ਲੜਾਈ। ਅਭਿਮਾਨ ਇਹ ਹੈ। ਅਭਿਮਾਨ ਖਲੋਂਦਾ ਹੈ ਸਮਝ ਦੇ ਉੱਤੇ। ਹਰੇਕ ਮਨੁੱਖ ਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੀ ਸਮਝ ਨਾਲ ਹੁੰਦਾ, ਹੋਰ ਕਿਸੇ ਚੀਜ਼ ਨਾਲ ਨਹੀਂ ਹੁੰਦਾ। ਔਰ ਕਦੀ ਵੇਖ ਲੈਣਾ, ਜਦੋਂ ਵੀ ਮਨੁੱਖ ਦੇ ਕੋਲ ਜਿਹੜਾ ਹੰਕਾਰ ਹੀ ਹੋਏਗਾ, ਕਦੀ ਗੱਲ ਕਰਾਂਗੇ, ਕਹਿੰਦਾ ਇਹਨੂੰ ਕੀ ਪਤਾ ਹੈ, ਸਾਨੂੰ ਇੰਨੇ ਸਾਲ ਹੋ ਗਏ ਨੇ, ਅਸੀਂ ਉਮਰਾਂ ਕੱਢ ਦਿੱਤੀਆਂ ਨੇ। ਲਾਲ ਚੰਦ ਖੜਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ। ਅਭਿਮਾਨ ਹੈ ਕਾਹਦਾ? ਵਿਦਿਆ ਦਾ। ਵਿਦਿਆ ਪੜ੍ਹੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕੀ ਕਹਿੰਦਾ ਹੈ? ਇਹ ਗੁਰੂ ਕਿਵੇਂ ਹੋ ਸਕਦਾ? ਸਾਡੀ ਉਮਰ ਨਿਕਲ ਗਈ ਹੈ ਗ੍ਰੰਥ ਪੜ੍ਹਦੇ ਆ। ਇੱਕ 7 ਸਾਲ ਦਾ ਬੱਚਾ ਕਿਵੇਂ ਬ੍ਰਹਮ ਗਿਆਨੀ ਹੋ ਜਾਏਗਾ? ਅਭਿਮਾਨ ਹੈ ਵਿਦਿਆ ਦਾ। ਅਭਿਮਾਨੀ ਮਨੁੱਖ ਨੂੰ ਕਿਸੇ ਦੇ ਗੁਣ ਨਹੀਂ ਵਿਖਦੇ, ਆਪਣੇ ਵਿਖਦੇ ਨੇ, ਦੂਜੇ ਦੇ ਔਗੁਣ ਵਿਖਦੇ ਨੇ। ਸਾਡੀਆਂ ਉਮਰਾਂ ਨਿਕਲ ਗਈਆਂ ਨੇ, ਇਹ 7 ਸਾਲ ਦਾ ਬੱਚਾ ਕਿਵੇਂ ਬ੍ਰਹਮ ਗਿਆਨੀ ਹੋ ਸਕਦਾ ਹੈ? ਇਹ ਅਭਿਮਾਨ। ਹੁਣ ਮਹਾਰਾਜ ਅੱਗੇ ਕਹਿੰਦੇ ਨੇ, ਬ੍ਰਹਮ ਗਿਆਨੀ ਊਚ ਤੇ ਉੱਚਾ ਹੈ ਤੇ ਸਭ ਤੋਂ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਹੈ ਦੁਨੀਆ 'ਚ ਸਭ ਤੋਂ ਉੱਚਾ ਹੈ, ਪਰ ਆਪਣੇ ਮਨ ਵਿੱਚ ਸਭ ਤੋਂ ਨੀਵਾਂ ਹੈ। ਮੈਂ ਕਹਿੰਦਾ ਕਬੀਰ ਜੀ ਕਿੱਡੀ ਵੱਡੀ ਗੱਲ ਰੱਖਦੇ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਇ। ਕਬੀਰ ਜੀ ਕਹਿੰਦੇ ਸਭ ਤੋਂ ਬੁਰਾ ਮੈਂ ਹਾਂ, ਮੈਨੂੰ ਛੱਡ ਕੇ ਸਾਰੀ ਦੁਨੀਆ ਭਲੀ ਹੈ, ਮੈਨੂੰ ਛੱਡ ਕੇ ਸਾਰੇ ਲੋਕ ਹੀ ਚੰਗੇ ਨੇ, ਹੈ ਸਭ ਤੋਂ ਉੱਚੇ ਨੇ। ਕਬੀਰ ਜੀ ਜਿਹੜਾ ਏਡੀ ਗੱਲ ਕਹੇਗਾ, ਸਮਝੋ ਸਭ ਤੋਂ ਉੱਚਾ ਹੈ। ਜਿਹੜਾ ਇਹ ਕਹਿ ਦੇਗਾ ਭਾਈ ਮੇਰੇ ਵਿੱਚ ਗਲਤੀ ਹੈ, ਮੈਨੂੰ ਲੱਗਦਾ ਮੇਰੇ ਤੋਂ ਹੀ ਗਲਤੀ ਹੋ ਗਈ, ਇਹ ਸਮਝਣਾ ਕਰੋ ਸਭ ਤੋਂ ਉੱਚਾ ਹੈ। ਮਨ ਆਪਣੇ ਹੈ ਸਭ ਤੇ ਨੀਚਾ, ਹੈ ਸਭ ਤੋਂ ਉੱਚੇ ਨੇ। ਦੁਨੀਆ ਉਹਨਾਂ ਦੀ ਜੈ ਜੈਕਾਰ ਕਰਦੀ ਹੈ, ਆਪਣੇ ਮਨ ਵਿੱਚ ਬਹੁਤ ਨੀਵੇਂ ਨੇ। ਆਪਣੇ ਮਨ ਦੇ ਆਧਾਰ ਤੇ ਉਹ ਸਮਝਦੇ ਨੇ ਮੇਰੇ ਤੋਂ ਗਲਤੀ ਹੋਈ ਹੈ।
ਬਾਣੀ ਤੇ ਸਾਧ ਸੰਗਤ ਮਹਾਰਾਜ ਨੇ ਇੱਕ ਹੋਰ ਫਰੀਦ ਜੀ ਦਾ ਸ਼ਲੋਕ ਹੈ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼। ਕਿੱਡੀ ਵੱਡੀ ਗੱਲ ਹੈ। ਕਹਿੰਦੇ ਮੇਰੇ ਕੱਪੜੇ ਵੀ ਕਾਲੇ ਮੈਂਡੇ ਨੇ, ਮੇਰਾ ਵੇਸ ਵੀ ਕਾਲਾ ਮੈਂਡਾ ਹੈ, ਔਰ ਗੁਨਾਹਾਂ ਦੇ ਨਾਲ ਮੈਂ ਭਰਿਆ ਹੋਇਆ, ਲੋਕੀ ਮੈਨੂੰ ਦਰਵੇਸ਼ ਕਹਿੰਦੇ ਨੇ। ਕਮਾਲ ਦੀ ਗੱਲ ਹੈ। ਸਾਧ ਸੰਗਤ ਉਹੀ ਮਨੁੱਖ ਇਹ ਗੱਲ ਕਹਿ ਸਕਦੇ ਨੇ ਜਿਹੜੇ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਗਏ ਨੇ। ਹਰੇਕ ਮਨੁੱਖ ਨਹੀਂ ਕਹਿ ਪਾਏਗਾ। ਹਰੇਕ ਮਨੁੱਖ ਦਾ ਜ਼ੋਰ ਇਹੀ ਹੈ, ਮੈਂ ਠੀਕ ਹਾਂ। ਹਰੇਕ ਮਨੁੱਖ ਆਪਣੇ ਆਪ 'ਚ ਇਹੀ ਜ਼ੋਰ ਲਗਾਉਣ ਤੇ ਲੱਗਾ ਹੋਇਆ ਹੈ, ਮੈਂ ਠੀਕ ਹਾਂ, ਬਾਕੀ ਸਾਰੇ ਗਲਤ ਨੇ। ਸੰਸਾਰੀ ਮਨੁੱਖ ਦਾ ਇਹ ਜ਼ੋਰ ਹੁੰਦਾ ਹੈ, ਮੈਂ ਠੀਕ ਹਾਂ, ਸੰਸਾਰ ਗਲਤ ਹੈ। ਰੱਬ ਦੇ ਨਾਲ ਜੁੜੇ ਮਨੁੱਖ ਦਾ ਇੱਕ ਹੀ ਜ਼ੋਰ ਹੁੰਦਾ ਹੈ, ਮੈਂ ਗਲਤ ਹਾਂ, ਸੰਸਾਰ ਠੀਕ ਹੈ। ਸੰਸਾਰੀ ਮਨੁੱਖ ਇਹ ਕਹਿੰਦਾ ਹੈ, ਮੈਂ ਠੀਕ ਹਾਂ, ਸਮਾਜ ਗਲਤ ਹੈ, ਮੈਂ ਠੀਕ ਹਾਂ, ਪਰਿਵਾਰ ਗਲਤ ਹੈ, ਮੈਂ ਠੀਕ ਹਾਂ, ਮੇਰਾ ਭਰਾ ਗਲਤ ਨੇ। ਪਰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਮਨੁੱਖ ਕਹਿੰਦਾ ਮੈਂ ਗਲਤ ਹਾਂ, ਬਾਕੀ ਸਾਰੇ ਠੀਕ ਨੇ। ਸਾਧ ਸੰਗਤ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਭਰਾ ਨੇ ਬੜੀ ਜ਼ਿਆਦਾ ਜ਼ਿਆਦਤੀ ਕੀਤੀ, ਸਾਰਾ ਕੁਝ ਖੋ ਵੀ ਲਿਆ, ਪਰ ਕਦੇ ਵੀ ਇੱਕ ਸ਼ਬਦ ਜ਼ਬਾਨੋਂ ਇਹ ਨਹੀਂ ਕਿਹਾ ਮੇਰਾ ਭਰਾ ਗਲਤ ਹੈ। ਨਹੀਂ, ਬਿਲਕੁਲ ਸ਼ਾਂਤ। ਜਿੰਨੀਆਂ ਅੰਮ੍ਰਿਤਸਰ ਸਾਹਿਬ ਦੀਆਂ ਦੁਕਾਨਾਂ ਸਨ, ਜੋ ਕੁਝ ਵੀ ਸਾਰਾ ਪ੍ਰਿਥਵੀ ਚੰਦ ਨੇ ਖੋਹ ਲਿਆ। ਔਰ ਇੱਕ ਦਿਨ ਐਸਾ ਵੀ ਆਇਆ, ਗੁਰੂ ਅਰਜਨ ਸਾਹਿਬ ਜੀ ਦੇ ਘਰ ਲੰਗਰ ਵੀ ਨਹੀਂ ਪੱਕਿਆ, ਉਹੀ ਸੁੱਕੀਆਂ ਰੋਟੀਆਂ ਖਾ ਰਹੇ ਨੇ। ਭਾਈ ਗੁਰਦਾਸ ਜੀ ਆਏ, ਉਹ ਵੀ ਉਹੀ ਲੰਗਰ ਛਕਦੇ ਨੇ। ਕਹਿੰਦੇ ਮਹਾਰਾਜ ਵੀ ਸਾਰਾ ਕੁਝ ਤੁਹਾਡਾ ਹੈ, ਤੁਸੀਂ ਗੁਰਤਾ ਗੱਦੀ ਤੇ ਬੈਠੇ ਹੋ, ਖੋਹ ਲਿਆ। ਮਹਾਰਾਜ ਕਹਿੰਦੇ ਨਹੀਂ, ਕੋਈ ਗੱਲ ਨਹੀਂ, ਉਹਨੇ ਖੋਲਿਆ, ਉਹਦੇ ਕੋਲ ਰਹਿਣ ਦਿਓ। ਆਪਣੇ ਸਭ ਤੋਂ ਉੱਚੇ ਨੇ ਨਾ। ਜੇ ਨੀਵੇਂ ਹੁੰਦੇ, ਜਿਹੜਾ ਮਨੁੱਖ ਨੀਵੇਂ ਉਹਨੇ ਤਾਂ ਕ੍ਰੋਧ ਕਰਨਾ ਸੀ, ਮੇਰਾ ਹਿੱਸਾ ਖੋਲਿਆ। ਉਹਨਾਂ ਨੂੰ ਪਤਾ ਹੈ ਜੋ ਕੁਝ ਆਪਣੇ ਹਿੱਸੇ ਦਾ ਸਭ ਕੁਝ ਇੱਥੇ ਆਪਣੇ ਆਪ ਹੀ ਆ ਜਾਣਾ ਹੈ। ਸਾਧ ਸੰਗਤ ਜੋ ਕੁਝ ਹਿੱਸੇ ਦਾ ਹੁੰਦਾ ਹੈ ਸਭ ਕੁਝ ਆਪਣੇ ਆਪ ਹੀ ਆ ਜਾਂਦਾ ਹੈ, ਭੱਜਣ ਦੀ ਲੋੜ ਨਹੀਂ। ਜੋ ਕੁਝ ਕਰਮਾਂ ਵਿੱਚ ਨਹੀਂ ਉਹ ਨਹੀਂ ਮਿਲਣਾ, ਜੋ ਭਾਗਾਂ ਵਿੱਚ ਹੈ ਉਹ ਆਪਣੇ ਆਪ ਹੀ ਆ ਜਾਣਾ ਹੈ, ਸਾਧਨ ਬਣ ਕੇ ਆਪਣੇ ਆਪ ਹੀ ਆ ਜਾਂਦਾ ਹੈ। ਹਾਂ ਇਹ ਜ਼ਰੂਰ ਹੈ ਕਈ ਵਾਰੀ ਮਨੁੱਖ ਦੇ ਭਾਗ ਗਲਤ ਹੋਏ ਹੁੰਦੇ ਨੇ, ਬੰਦਗੀ ਕਰ ਕਰਕੇ ਭਾਗ ਬਦਲ ਜਾਂਦੇ ਨੇ, ਇਹ ਜ਼ਰੂਰ ਹੈ। ਮਨੁੱਖ ਦੀ ਕੀਤੀ ਹੋਈ ਬੰਦਗੀ, ਮਨੁੱਖ ਦੀ ਕੀਤੀ ਹੋਈ ਅਰਦਾਸ ਇਹਦੇ ਭਾਗਾਂ ਨੂੰ ਬਦਲ ਦਿੰਦੀ ਹੈ। ਮਨੁੱਖ ਦੀ ਕੀਤੀ ਹੋਈ ਸਤ ਸੰਗਤ ਇਹਦੇ ਮਸਤਕ ਦੀਆਂ ਰੇਖਾਵਾਂ ਬਦਲ ਦਿੰਦੀ ਹੈ। ਬਾਕੀ ਕਰਮਾਂ ਵਿੱਚ ਜੋ ਹੈ ਉਹ ਮਨੁੱਖ ਨੂੰ ਭੋਗਣਾ ਪੈਂਦਾ ਹੈ। ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਕੋਈ ਗੱਲ ਨਹੀਂ, ਉਹਨੇ ਰੱਖਿਆ, ਉਹਦੇ ਕੋਲ ਰਹਿਣ ਦਿਓ, ਮਨ ਆਪਣੇ ਹੈ ਸਭ ਤੇ ਨੀਚਾ। ਕਦੀ ਉਹਦੀ ਕੋਈ ਨਿੰਦਾ ਨਹੀਂ, ਕਿਤੇ ਵੀ ਇਤਿਹਾਸ ਵਿੱਚ ਨਹੀਂ ਲਿਖਿਆ ਕਿਤੇ ਮਹਾਰਾਜ ਇਹ ਕਹਿ ਰਹੇ ਨੇ ਇਹਨੇ ਮੇਰਾ ਖੋਹ ਲਿਆ, ਨਹੀਂ। ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਜੇ ਉਹਦਾ, ਜੇ ਉਹਨੇ ਦੇਣਾ ਹੈ ਉਹ ਆਪਣੇ ਆਪ ਹੀ ਦੇ ਦੇਣਾ ਹੈ। ਯਾਦ ਰੱਖਣਾ ਸਾਧ ਸੰਗਤ, ਸਮਾਂ ਬਦਲਿਆ, ਜੋ ਕੁਝ ਹੀ ਆਪਣੇ ਆਪ ਹੀ ਸਭ ਕੁਝ ਆ ਗਿਆ, ਕਹਿਣ ਦੀ ਲੋੜ ਹੀ ਨਹੀਂ ਪਈ। ਅੰਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਅਸਲ 'ਚ ਇਸ ਗਿਆਨ ਦੀ ਅਵਸਥਾ 'ਚ ਉਹੀ ਮਨੁੱਖ ਪਹੁੰਚਦੇ ਨੇ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਹਰੇਕ ਨੂੰ ਨਹੀਂ। ਇਸ ਕਰਕੇ ਪ੍ਰਮਾਤਮਾ ਤੋਂ ਇਹੀ ਮੰਗਣਾ ਚਾਹੀਦਾ ਹੈ, ਪ੍ਰਮਾਤਮਾ ਕਿਰਪਾ ਕਰੀ, ਮੇਰੇ ਹਿਰਦੇ ਵਿੱਚ ਵੀ ਪ੍ਰਕਾਸ਼ ਕਰ। ਔਰ ਜੇ ਪ੍ਰਕਾਸ਼ ਕਰਾਉਣਾ ਹੈ ਪਹਿਲਾਂ ਇਹ ਮੰਨਣਾ ਪਏਗਾ ਮੈਂ ਗਲਤ ਹਾਂ। ਜੇ ਕਿਸੇ ਤੋਂ ਕੁਝ ਲੈਣਾ ਹੈ ਪਹਿਲਾਂ ਇਹ ਮੰਨਣਾ ਤਾਂ ਪਏਗਾ ਨਾ ਮੇਰੇ ਅੰਦਰ ਕੁਝ ਨਹੀਂ। ਔਰ ਮਨੁੱਖ ਨੂੰ ਸਭ ਤੋਂ ਜ਼ਿਆਦਾ ਹੰਕਾਰ ਆਪਣੀ ਸਮਝ ਦਾ ਹੈ। ਮੈਂ ਬੜੀ ਵਾਰੀ ਬੇਨਤੀ ਕੀਤੀ, ਗੁਰੂ ਦੇ ਸਨਮੁਖ ਖੜੇ ਹੋ ਕੇ ਮਨੁੱਖ ਇਹ ਨਹੀਂ ਕਹਿੰਦਾ ਗੁਰੂ ਜੀ ਤੁਸੀਂ ਅੱਗੇ ਅੱਗੇ ਚੱਲੋ, ਮੈਂ ਤੁਹਾਡੇ ਪਿੱਛੇ ਪਿੱਛੇ ਚੱਲਾਂਗਾ, ਹੇ ਪਰਮਾਤਮਾ ਜੋ ਤੂੰ ਕਰਨਾ ਉਹ ਕਰ, ਪਰ ਮੈਨੂੰ ਆਪਣੇ ਹੁਕਮ ਵਿੱਚ ਰੱਖ, ਇਹ ਨਹੀਂ ਕਹੇਗਾ। ਮਨੁੱਖ ਆਪਣੀ ਬੁੱਧੀ ਦੇ ਅਨੁਸਾਰ ਕਹਿੰਦਾ ਪਰਮਾਤਮਾ ਮੇਰੇ ਅਨੁਸਾਰ ਇਹ ਵਸਤੂ ਠੀਕ ਹੈ, ਇਹ ਮੈਨੂੰ ਦੇ ਦੇ।
ਉਹਨੂੰ ਇਹ ਨਹੀਂ ਪਤਾ ਵੀ ਇਹ ਵਸਤੂ ਇਹਦੇ ਵਾਸਤੇ ਆਉਣ ਵਾਲੇ 2 ਸਾਲਾਂ ਵਿੱਚ ਚੰਗਾ ਕੰਮ ਕਰੇਗੀ ਕਿ ਮੰਦਾ ਕਰੇਗੀ, ਇਹ ਨਹੀਂ ਇਹਨੂੰ ਪਤਾ। ਪਰ ਮੰਗਦਾ ਜ਼ਰੂਰ ਹੈ। ਕਿਉਂ? ਜਿਹੜੀ ਮੰਗ ਹੈ ਉਹ ਵੀ ਅਗਿਆਨਤਾ ਵਾਲੀ ਹੈ। ਗਿਆਨ ਵਾਲੀ ਮੰਗ ਕੀ ਹੈ? ਹੇ ਪ੍ਰਮਾਤਮਾ, ਮੈਨੂੰ ਨਹੀਂ ਪਤਾ ਜ਼ਿੰਦਗੀ ਵਿੱਚ ਮੇਰੇ ਲਈ ਸਹੀ ਕੀ ਹੈ। ਹੋ ਸਕਦਾ ਹੈ ਮਾਇਆ ਵੀ ਮੇਰੇ ਲਈ ਦੁੱਖ ਦਾ ਕਾਰਨ ਬਣ ਜਾਏ, ਕੀ ਪਤਾ ਲੱਗਦਾ। ਹੋ ਸਕਦਾ ਹੈ ਮੇਰਾ ਪੁੱਤਰ ਵੀ ਮੇਰੇ ਲਈ ਦੁੱਖ ਦਾ ਕਾਰਨ ਬਣ ਜਾਏ, ਇਹ ਵੀ ਹੋ ਸਕਦਾ ਹੈ। ਹੋਇਆ ਬੜੀ ਦੁਨੀਆ ਨਾਲ ਐਸੀ ਚੀਜ਼ਾਂ ਹੋਈਆਂ ਨੇ। ਬੜੇ ਲੋਕਾਂ ਲਈ ਮਾਇਆ ਹੀ ਦੁੱਖ ਦਾ ਕਾਰਨ ਬਣ ਗਈ। ਪਰ ਮਨੁੱਖ ਦੀ ਆਸ ਹੈ ਮਾਇਆ। ਕਿਉਂ? ਦੁਨਿਆਵੀ ਤੌਰ ਤੇ ਉਹਦੇ ਲਈ ਇੱਜ਼ਤ ਤੇ ਮਰਿਆਦਾ ਹੈ। ਦੁਨਿਆਵੀ ਤੌਰ ਤੇ ਜਿਹਦੇ ਕੋਲ ਮਾਇਆ ਹੈ ਉਹਦੀ ਇੱਜ਼ਤ ਹੈ। ਇਸ ਕਰਕੇ ਮਹਾਰਾਜ ਦੇ ਅੱਗੇ ਇਹੀ ਮਨੁੱਖ ਮੰਗ ਕਰਦਾ ਹੈ। ਗੁਰੂ ਦੇ ਅੱਗੇ ਆਈਏ, ਇਹ ਮੰਗ ਕਰੀਏ। ਮਹਾਰਾਜ ਜਿਵੇਂ ਬੇਣੀ ਪੰਡਿਤ ਮਹਾਰਾਜ ਜੀ ਦੇ ਸਨਮੁਖ ਆਇਆ, ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ, ਪਹਿਲਾਂ ਤੇ ਹੰਕਾਰ ਦੇ ਵਿੱਚ ਬੋਲਿਆ। ਜਦੋਂ ਮਹਾਰਾਜ ਜੀ ਨੇ ਉਹਨੂੰ ਦੱਸਿਆ ਫਿਰ ਇੱਕਦਮ ਠੰਡਾ ਪੈ ਗਿਆ। ਫਿਰ ਮਹਾਰਾਜ ਜੀ ਨੂੰ ਬੇਨਤੀ ਪਤਾ ਕੀ ਕਰਦਾ? ਮਹਾਰਾਜ, ਮੈਂ ਆਪਣੀ ਵਿੱਦਿਆ ਦੇ ਹੰਕਾਰ ਵਿੱਚ ਹੀ ਰਿਹਾ। ਭਾਵ ਕਿ ਮੈਂ ਗ੍ਰੰਥ ਤੇ ਜ਼ਰੂਰ ਪੜ੍ਹੇ ਪਰ ਗ੍ਰੰਥਾਂ ਤੋਂ ਲਿਆ ਕੁਛ ਨਹੀਂ। ਗ੍ਰੰਥ ਪੜ੍ਹਨ ਦਾ ਹੀ ਹੰਕਾਰ ਮੈਨੂੰ ਰਹਿ ਗਿਆ। ਕਮਾਲ ਤੇ ਇਹ ਹੈ। ਕੱਲ ਵੀ ਬੇਨਤੀ ਕੀਤੀ ਸੀ, ਜਿਹੜੇ ਸ਼ਾਸਤਰ ਇਹ ਦੱਸਦੇ ਨੇ ਹੰਕਾਰ ਨਾ ਕਰੋ, ਜਿਹੜੀ ਗੁਰਬਾਣੀ ਇਹ ਦੱਸਦੀ ਹੈ ਹੰਕਾਰ ਨਾ ਕਰੋ, ਉਸ ਗੁਰਬਾਣੀ ਦੇ ਯਾਦ ਕਰਨ ਦਾ ਹੰਕਾਰ ਹੀ ਮਨੁੱਖ ਨੂੰ ਖਾ ਜਾਂਦਾ ਹੈ। ਉਸ ਗੁਰਬਾਣੀ ਦੇ ਅਰਥ ਕਰਨ ਦਾ ਹੰਕਾਰ ਹੀ ਮਨੁੱਖ ਨੂੰ ਖਾ ਜਾਂਦਾ ਹੈ। ਜਿਹੜੀ ਜਿਸ ਪੰਕਤੀ ਦਾ ਅਰਥ ਕਰ ਰਿਹਾ ਹੈ ਵੀ ਹੰਕਾਰ ਨਾ ਕਰੋ, ਉਹਨੂੰ ਹੀ ਕਹਿ ਦੇਗਾ ਮੈਂ ਇਹਦਾ ਕਿੱਡਾ ਵੱਡਾ ਅਰਥ ਕੀਤਾ। ਇਹ ਤੇ ਹੋਰ ਹੰਕਾਰ ਨਾਲ ਹੀ ਰਹਿ ਗਿਆ। ਬੁੱਧੀ ਦੇ ਤਲ ਤੇ ਉਹਦਾ ਅਰਥ ਵੀ ਕਰ ਬੈਠਾ, ਫਿਰ ਉਹਦਾ ਹੰਕਾਰ ਵੀ ਨਾਲ। ਇਸ ਕਰਕੇ ਮਨੁੱਖ ਅਕਸਰ ਉਹਨਾਂ ਧਰਮ ਗ੍ਰੰਥਾਂ ਤੇ ਹੰਕਾਰ ਕਰ ਬੈਠਦਾ ਹੈ, ਉਹਨਾਂ ਦੇ ਪੜ੍ਹਨ ਦਾ, ਜਿਨ੍ਹਾਂ ਨੇ ਤੈਨੂੰ ਇਹ ਕਿਹਾ ਹੰਕਾਰ ਨਾ ਕਰੀ। ਇਸ ਕਰਕੇ ਮਹਾਰਾਜ ਇਹ ਕਿਰਪਾ ਕਰਨ। ਗੁਰੂ ਦੇ ਸਨਮੁਖ ਇਹ ਬੇਨਤੀ ਹਮੇਸ਼ਾ ਮਨੁੱਖ ਕਰੇ, ਗੁਰੂ ਜੀ ਕਿਰਪਾ ਕਰਨਾ, ਸਾਨੂੰ ਆਪਣੇ ਚਰਨ ਸ਼ਰਨ ਦੀ ਦਾਤ ਬਖਸ਼ਣਾ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ। ਗੁਰੂ ਜੀ ਇਹ ਕਿਰਪਾ ਕਰਨ, ਆਪ ਸਭ ਨੂੰ ਦੇਹ ਅਰੋਗਤਾ, ਉਦਮ ਉਪਰਾਲੇ ਬਖਸ਼ਣ, ਨਾਮ ਦੀ ਦਾਤ ਬਖਸ਼ਣ, ਹਰੇਕ ਮਨੁੱਖ ਨੂੰ ਉਦਮ ਉਪਰਾਲਾ ਬਖਸ਼ਣ। ਆਪ ਜੀ ਸਤ ਸੰਗਤ ਵਿੱਚ ਆ ਕੇ ਗੁਰੂ ਦੇ ਸਨਮੁਖ, ਗੁਰੂ ਦੇ ਜਿਹੜੇ ਅਮੋਲਕ ਵਿਚਾਰ ਨੇ ਉਹਨਾਂ ਨੂੰ ਸੁਣ ਕੇ ਆਪਣੀ ਜੀਵਨ ਨੂੰ ਸੇਧ ਦੇ ਸਕੀਏ, ਜੀਵਨ ਨੂੰ ਸਹੀ ਦਿਸ਼ਾ ਦੇ ਸਕੀਏ। ਕਿਉਂਕਿ ਜਿਵੇਂ ਦਿਸ਼ਾ ਬਦਲੇਗੀ, ਜ਼ਿੰਦਗੀ ਦੀ ਦਸ਼ਾ ਆਪਣੇ ਆਪ ਹੀ ਬਦਲ ਜਾਏਗੀ। ਜਦੋਂ ਦਿਸ਼ਾ ਗਲਤ ਹੁੰਦੀ ਹੈ, ਦਸ਼ਾ ਆਪਣੇ ਆਪ ਹੀ ਮਾੜੀ ਰਹਿੰਦੀ ਹੈ। ਗੁਰੂ ਜੀ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।